ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਮਿਲੋ ਵਿਚਾਰ ਸੀ, ਦੇਖੋ ਗੁਰਮੁਖ ਹੋਏ। ਬਾਣੀ ਮਹਾਂਪੁਰਖ ਕੀ ਨਿਜ ਘਰ ਉਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦਿ, ਮਾਇਆ ਮਨਹੁ ਨ ਵਿਸਰੈ, ਮੰਗੈ ਧੰਮਾ ਧੰਮ। ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਮਾਇਆ ਮਨਹੁ ਨ ਵਿਸਰੈ, ਮੰਗੈ ਧੰਮਾ ਧੰਮ। ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਤਿਜਰ ਮੂਲ ਨਾ ਥੋੜੇ ਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੋਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਤਿਜਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੋਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਹ ਪਾਵਨ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਦੀ ਵਿਚਾਰ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਸਿੰਘ ਜੀ ਦਮਦਮੀ ਟਕਸਾਲ ਵਾਲੇ। ਆਪ ਸਰਬੱਤ ਸੰਗਤਾਂ ਪਿਆਰ ਸਾਹਿਤ ਮਨ ਬਿਰਤੀਆਂ ਕਾਗਰ ਕਰਕੇ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪਿਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੜੇ ਹੀ ਵਡਭਾਗੇ ਹਾਂ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆ ਬਣਾ ਰਹੇ। ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ। ਸ਼੍ਰੀ ਆਸਾ ਜੀ ਦੀ ਵਾਰ ਦਾ ਆਪ ਜੀ ਨੇ ਰਸ ਭਿੰਨਾ ਕੀਰਤਨ ਸਰਵਣ ਕੀਤਾ। ਹੁਣ ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਘਰ ਦੇ ਵਿੱਚ ਜੋ ਕਿ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ। ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ
ਜਿਸ ਨੂੰ ਆਪਾਂ ਵਾਰਾਂ ਤੇ ਵਧੀਕ ਦੀ ਬਾਣੀ ਵੀ ਕਹਿੰਦੇ ਆ, ਪੰਜਵੇਂ ਪਾਤਸ਼ਾਹ ਜੀ ਦੇ ਸਲੂਕ ਚੱਲ ਰਹੇ ਆ। ਪਰਸੋਂ ਨੂੰ ਇਹਨਾਂ ਸਲੋਕਾਂ ਦੀ ਸਮਾਪਤੀ ਹੋਣੀ ਹੈ ਤੇ ਉਪਰੰਤ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਜਿਹੜੇ ਮਹਾਰਾਜ ਜੀ ਨੇ ਵੈਰਾਗਮਈ ਸਲੂਕ ਅਖੀਰ ਦੇ ਵਿੱਚ ਅੰਕਿਤ ਕੀਤੇ ਹੈ, ਉਹਨਾਂ ਦੀ ਕਥਾ ਪ੍ਰਾਰੰਭ ਹੋਵੇਗੀ। ਅੱਜ ਦਾ ਜੋ ਸ਼ਬਦ ਹੈ ਉਹ ਸ਼ਬਦ ਆਰੰਭ ਹੁੰਦਾ ਹੈ, ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾ ਦਮ। ਜਦੋਂ ਮਾਇਆ ਦਾ ਨਾਮ ਆਉਂਦਾ ਹੈ ਉਦੋਂ ਬੰਦੇ ਦਾ ਸਿੱਧਾ ਧਿਆਨ ਪੈਸੇ ਵੱਲ ਜਾਂਦਾ। ਵੈਸੇ ਜੇ ਵੇਖੀਏ ਮਾਇਆ ਕੱਲੀ ਪੈਸੇ ਨੂੰ ਨਹੀਂ ਕਿਹਾ ਗਿਆ। ਵਿਦਵਾਨਾਂ ਨੇ ਤਿੰਨ ਹਿੱਸੇ ਇਸ ਦੇ ਮੰਨੇ ਆ। ਉਹ ਕਹਿੰਦੇ ਇੱਕ ਹੈ ਜੜ ਮਾਇਆ, ਇੱਕ ਹੈ ਚੇਤਨ ਮਾਇਆ ਤੇ ਤੀਸਰੀ ਹੈ ਅਵਿਦਿਆ ਰੂਪ ਮਾਇਆ। ਜੜ ਮਾਇਆ ਦੇ ਵਿੱਚ ਆਪਣੇ ਪੈਸੇ ਆ ਗਏ, ਸੋਨਾ ਚਾਂਦੀ ਆ ਗਿਆ। ਚੇਤਨ ਮਾਇਆ ਦੇ ਵਿੱਚ ਇਹ ਹਾਥੀ ਘੋੜੇ, ਪੁੱਤਰ ਧੀਆਂ, ਸਾਕ ਸੰਬੰਧੀ ਇਹ ਸਾਰੇ ਦੇ ਸਾਰੇ ਕਹਿੰਦੇ ਚੇਤਨ ਮਾਇਆ ਵਿੱਚ ਆਉਂਦੇ। ਤੇ ਜਿਹੜੀ ਅਗਿਆਨ ਰੂਪੀ ਮਾਇਆ ਉਹ ਕਹਿੰਦੇ ਐ ਹਉਮੈ ਨੂੰ, ਉਹ ਕਹਿੰਦੇ ਆ ਹੰਗਤਾ ਨੂੰ, ਤੇ ਉਹ ਕਹਿੰਦੇ ਆ ਮਮਤਾ ਨੂੰ। ਉਹ ਵਕਾਰਾਂ ਦੇ ਰੂਪ ਦੇ ਵਿੱਚ ਆ ਜਾਂਦੀ ਹੈ। ਵੇਦਾਂਤ ਮਤ ਨੇ ਇਸ ਨੂੰ ਅਨਰਬਚਨੀ ਵੀ ਕਿਹਾ ਆ। ਵੈਸੇ ਵੀ ਜੇਕਰ ਕਿ ਰੱਬ ਤੋਂ ਬਗੈਰ ਜੇ ਕੋਈ ਚੀਜ਼ ਵਿਆਪਕ ਹੈ ਉਹ ਹੈ ਮਾਇਆ। ਪਰਮਾਤਮਾ ਵਿਆਪਕ ਹੈ ਤੇ ਜਿਹੜੀ ਮਾਇਆ ਇਹ ਉਹਦੀ ਸ਼ਕਤੀ ਹੈ। ਇਸ ਨੂੰ ਕਈ ਵਿਦਵਾਨਾਂ ਨੇ ਕਿਹਾ ਆ ਕਿ ਵਿਆਪਕਤਾ ਹੈ ਪਰ ਆਪੇਕਸ਼ਿਤ ਵਿਆਪਕ ਹੈ। ਇਸ ਚੀਜ਼ ਤੋਂ ਵੀ ਇਨਕਾਰ ਹੀ ਨਹੀਂ ਹੋ ਸਕਦਾ। ਕਹਿੰਦੇ ਅਪੇਕਸ਼ਿਤ ਵਿਆਪਕ ਹੈ। ਉਹਨਾਂ ਅਰਥ ਕੀਤੇ ਅਪੇਕਸ਼ਿਤ ਵਿਆਪਕ ਹੁੰਦੀ ਹੈ ਕਿਸੇ ਤੋਂ ਛੋਟੀ ਤੇ ਕਿਸੇ ਤੋਂ ਵੱਡੀ। ਜਿੱਦਾਂ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੋਵੇ ਜਾਂ ਤੁਹਾਡਾ ਘਰ ਲੈ ਲਓ। ਹੁਣ ਘਰ ਦੇ ਵਿੱਚ ਜਿਹੜਾ ਸਮਾਨ ਪਿਆ ਆ ਕੀ ਉਹ ਘਰ ਤੋਂ ਵੱਡਾ? ਕਹਿੰਦੇ ਨਹੀਂ ਵੱਡਾ। ਘਰ ਤੋਂ ਵੱਡਾ ਕਹਿਣ ਲੱਗੇ ਸਮਾਨ ਨਹੀਂ ਹੈ, ਪਰ ਜੇਕਰ ਕੀ ਦੇਖਿਆ ਜਾਵੇ ਕੀ ਤੁਹਾਡਾ ਘਰ ਪਿੰਡ ਤੋਂ ਵੱਡਾ? ਕਹਿਣ ਲੱਗੇ ਏਦਾਂ ਵੀ ਨਹੀਂ ਹੈ। ਸਾਡਾ ਘਰ ਸਾਡੇ ਘਰ ਦੇ ਵਿੱਚ ਪਏ ਹੋਏ ਸਮਾਨ ਤੋਂ ਵੱਡਾ, ਪਰ ਜੇਕਰ ਕੀ ਗੱਲ ਕਰੀਏ ਪਿੰਡ ਤੋਂ ਸ਼ਹਿਰ ਤੋਂ ਕਹਿਣ ਲੱਗੇ ਛੋਟਾ। ਤੇ ਵਿਦਵਾਨ ਕਹਿੰਦੇ ਆ ਵੀ ਜਿਹੜਾ ਕਿਸੇ ਤੋਂ ਵੱਡਾ ਹੋਵੇ, ਜਿਹੜਾ ਕਿਸੇ ਤੋਂ ਛੋਟਾ ਹੋਵੇ ਉਹਨੂੰ ਆਪੇਕਸ਼ਿਕ ਵਿਆਪਕ ਕਹਿੰਦੇ ਆ।
ਕਿਉਂਕਿ ਮਾਇਆ ਰੱਬ ਤੋਂ ਵੱਡੀ ਨਹੀਂ ਹੈ। ਹਾਂ, ਜਿੱਥੇ ਮਾਇਆ ਨਹੀਂ ਹੈ ਕਹਿਣ ਲੱਗੇ ਉੱਥੇ ਰੱਬ ਹੈ, ਉੱਥੇ ਪਰਮਾਤਮਾ ਹੈ। ਇਸ ਗੱਲ ਤੋਂ ਕੋਈ ਇਨਕਾਰ ਹੀ ਨਹੀਂ ਹੋ ਸਕਦਾ। ਪਰ ਰੱਬ ਕਹਿਣ ਲੱਗੇ ਹਰੇਕ ਜਗ੍ਹਾ ਤੇ ਹੈ, ਹਰੇਕ ਦੇ ਹਿਰਦੇ ਦੇ ਵਿੱਚ ਹੈ, ਜੜ ਦੇ ਵਿੱਚ ਵੀ ਹੈ, ਜੰਗਮ ਦੇ ਵਿੱਚ ਵੀ ਹੈ। ਉਹਦਾ ਅਵਿਦਿਆ ਜਿੱਥੇ ਨਾਸ਼ ਹੋ ਜਾਂਦੀ, ਜਿੱਥੇ ਹੰਕਤਾ, ਮਮਤਾ, ਮੋਹ ਮਾਇਆ ਸਭ ਕੁਝ ਨਾਸ਼ ਹੋ ਜਾਂਦਾ, ਕਹਿਣ ਲੱਗੇ ਉੱਥੇ ਵੀ ਹੈ। ਕਹਿੰਦੇ ਰੱਬ ਤੋਂ ਇਲਾਵਾ ਜੇਕਰ ਕੀ ਕਿਸੇ ਦੀ ਵਿਚਾਰ ਹੋਵੇ ਕਿ ਉਹ ਹੈ ਮਾਇਆ, ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਆ, ਜੈਸੀ ਆਗਣ ਉਧਰ ਮਾਹੇ ਤੈਸੀ ਬਾਹਰ ਮਾਇਆ। ਕਹਿੰਦੇ ਜਿੱਦਾਂ ਮਾਤਾ ਦੇ ਪੇਟ ਦੀ ਜਠਰ ਅਗਨੀ ਹੈ, ਉਹ ਦੇਖੋ ਸਭ ਕੁਝ ਸੁਆਹ ਕਰ ਦਿੰਦੀ। ਆਪਾਂ ਭਾਵੇਂ ਜਿੱਡਾ ਮਰਜ਼ੀ ਤਗੜਾ ਨਾ ਪਚਨਯੋਗ ਕਹਿਣ ਲੱਗੇ ਪ੍ਰਸ਼ਾਦਾ ਖਾ ਲਈਏ, ਕੋਈ ਪਦਾਰਥ ਛਕ ਲਈਏ, ਕਹਿਣ ਲੱਗੇ ਪੇਟ ਦੀ ਅਗਨੀ ਇਹੋ ਜਿਹੀ ਆ, ਕਹਿਣ ਲੱਗੇ ਸਭ ਕੁਝ ਸਾੜ ਕੇ ਸੁਆਹ ਕਰ ਦੇਵੇਗੀ। ਕਹਿੰਦੇ ਮਾਇਆ ਵੀ ਇਦਾਂ ਹੀ ਆ। ਕਹਿੰਦੇ ਉਹ ਵੀ ਸਾਰਿਆਂ ਨੂੰ ਸਵਾਹ ਹੀ ਕਰਦੀ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੈਸੀ ਆਗਣ ਉਧਰ ਮਹਿ ਤੈਸੀ ਬਾਹਰ ਮਾਇਆ। ਮਾਇਆ ਆਗਣ ਸਭ ਇੱਕ ਜਿਹੀ ਕਰਤਾ ਖੇਲ ਰਚਾਇਆ। ਹੁਣ ਸਾੜਨ ਦਾ ਕੰਮ ਮਾਇਆ ਵੀ ਕਰਦੀ ਤੇ ਕਹਿਣ ਲੱਗੇ ਅੰਦਰ ਦੀ ਅੱਗ ਵੀ ਕਰਦੀ। ਇਹ ਕਹਿਣ ਲੱਗੇ ਜਿਹੜੀ ਖੇਡ ਹੈ ਇਹ ਰਚੀ ਹੈ ਉਸ ਪਰਮਾਤਮਾ ਨੇ। ਉਸ ਪਰਮਾਤਮਾ ਦੀ ਸ਼ਕਤੀ ਨੇ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਇਹਨੂੰ ਭਲਾ ਨਹੀਂ ਕਹਿਣਾ, ਭਲਾ ਕਹਿਣ ਲੱਗੇ। ਜਦੋਂ ਉਸ ਪਰਮਾਤਮਾ ਦਾ ਹੁਕਮ ਹੋਇਆ, ਮਾਤਾ ਦੀ ਕੁੱਖ ਦੇ ਵਿੱਚ ਬੱਚਾ ਸੀ ਤੇ ਕਹਿਣ ਲੱਗੇ ਇਸ ਬੱਚੇ ਦਾ ਜਨਮ ਹੋਇਆ। ਤੇ ਬੱਚੇ ਦਾ ਜਨਮ ਹੁੰਦਾ ਤੇ ਲੋਕੀ ਕਹਿੰਦੇ ਭਾਈ ਭਲਾ ਹੋਇਆ, ਬਹੁਤ ਵਧਾਈਆਂ ਮਿਲਦੀਆਂ। ਇੱਕ ਗੱਲ ਸੋਚਣ ਵਾਲੀ ਹੈ ਬਈ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਬੱਚਾ ਰੋਂਦਾ ਆ, ਜਦੋਂ ਬੱਚੇ ਦਾ ਜਨਮ ਹੁੰਦਾ ਆ ਤੇ ਬੱਚਾ ਰੋਂਦਾ ਆ ਤੇ ਬਾਕੀ ਸਾਰੇ ਦਾ ਸਾਰਾ ਪਰਿਵਾਰ ਕੀ ਉਹ ਬੱਚੇ ਦਾ ਰੋਂਦਾ ਆ? ਕਹਿਣ ਲੱਗੇ ਨਹੀਂ, ਉਹ ਖੁਸ਼ ਹੁੰਦੇ ਆ ਵੀ ਸਾਡੇ ਘਰ ਦੇ ਵਿੱਚ ਔਲਾਦ ਆਈ ਹੈ, ਬੜੇ ਖੁਸ਼ ਹੁੰਦੇ। ਕਿਸੇ ਨੂੰ ਪੁੱਛੀਏ ਬਈ ਬੱਚੇ ਦਾ ਰੋਣ ਦਾ ਕਾਰਨ ਕੀ ਹੈ, ਕਿਉਂ ਰੋਇਆ ਹੈ? ਉਹ ਕਹਿੰਦਾ ਜੀ ਜਨਮ ਦੀ ਪੀੜਾ ਹੈ। ਪਰ ਜੇਕਰ ਕੀ ਵੇਖਿਆ ਜਾਵੇ ਹੁਣ ਤੇ ਕਹਿਣ ਲੱਗੇ ਜਦੋਂ ਵੱਡੇ ਆਪਰੇਸ਼ਨ ਹੁੰਦੇ ਆ ਤੇ ਮਾਤਾ ਦੇ ਪੇਟ ਦੇ ਵਿੱਚੋਂ ਕਹਿਣ ਲੱਗੇ ਬੱਚੇ ਨੂੰ ਕੱਢਿਆ ਜਾਂਦਾ, ਉਹਦੀ ਕਾਹਦੀ ਪਈ ਪੀੜਾ।
ਸਿਆਣੇ ਕਹਿੰਦੇ ਇਹ ਜਨਮ ਦੀ ਪੀੜਾ ਨਹੀਂ, ਇਹ ਜਨਮਾਂ ਜਨਮਾਂਤਰਾਂ ਦੀ ਪੀੜਾ ਹੈ। ਕੱਲੀ ਇੱਕ ਪੀੜ ਨਾਲ ਨਹੀਂ, ਇੱਕ ਵਾਰ ਜਨਮ ਦੇ ਨਾਲ ਨਹੀਂ ਰੋਇਆ, ਇਹ ਜਨਮਾਂ ਜਨਮਾਂਤਰਾਂ ਦੀ ਪੀੜਾ ਹੈ। ਇਸ ਪੀੜਾ ਕਰਕੇ ਉਹ ਬੱਚਾ ਰੋ ਰਿਹਾ। ਵੈਸੇ ਡਾਕਟਰ ਕਹਿੰਦੇ ਆ ਬਈ ਜਦੋਂ ਬੱਚਾ ਹੋਵੇ ਨਾ ਤੇ ਪਹਿਲਾ ਜਿਹੜਾ ਸ਼ਬਦ ਹੈ ਉਹ ਰੋਣ ਦਾ ਨਿਕਲਦਾ, ਪਰ ਜੇਕਰ ਕਿ ਅਸੀਂ ਰੂਹਾਨੀਅਤ ਦੀ ਵੱਲ ਵੇਖੀਏ, ਕਹਿਣ ਲੱਗੇ ਰੋਂਦਾ ਉਹ ਹੈ ਜਿਹਨੂੰ ਜਨਮਾਂ ਜਨਮਾਂਤਰਾਂ ਦੀ ਪੀੜਾ ਹੈ, ਤੇ ਜਿਹੜਾ ਜਨਮਾਂ ਜਨਮਾਂਤਰਾਂ ਦੀ ਪੀੜਾ ਨੂੰ ਨਾਸ਼ ਕਰਨ ਵਾਲਾ, ਕਹਿਣ ਲੱਗੇ ਰੋਂਦਾ ਨਹੀਂ ਜੀ। ਇਹੋ ਜਿਹੀਆਂ ਵੀ ਘਟਨਾਵਾਂ ਹੋਈਆਂ। ਜਿਹੜੇ ਮਰਜ਼ੀ ਡਾਕਟਰ ਕੋਲ ਚਲੇ ਜਾਓ, ਕਹਿਣ ਲੱਗੇ ਜਦੋਂ ਬੱਚਾ ਪੈਦਾ ਹੋਵੇਗਾ ਤੇ ਕਹਿਣ ਲੱਗੇ ਬੱਚਾ ਰੋਵੇਗਾ, ਬੱਚਾ ਕੁਰਲਾਉਂਦਾ ਹੈ। ਪਰ ਜੇਕਰ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਵੱਲ ਵੇਖੀਏ ਨਾ, ਤੇ ਜਿਹੜੀ ਦੌਲਤਾਂ ਦਾਈ ਹੈ ਉਹਦੇ ਹੱਥਾਂ ਦੇ ਵਿੱਚ ਮਹਾਰਾਜ ਜੀ ਦਾ ਜਨਮ ਹੋਇਆ, ਤੇ ਕਹਿਣ ਲੱਗੇ ਹਰਦਿਆਲ ਪ੍ਰੋਹਤ ਨੂੰ ਸੱਦਿਆ ਗਿਆ। ਫਿਰ ਉੱਥੇ ਉਹਨੇ ਪੁੱਛਿਆ, ਇਹ ਦੌਲਤਾਂ ਦਾਈ ਦੱਸ, ਜਦੋਂ ਬੱਚੇ ਦਾ ਜਨਮ ਹੋਇਆ ਇਸ ਬੱਚੇ ਨੇ ਕਿਹੋ ਜਿਹੇ ਸ਼ਬਦ ਮੂੰਹ ਦੇ ਵਿੱਚੋਂ ਕੱਢੇ? ਤੇ ਦੌਲਤਾਂ ਦਾਈ ਕਹਿੰਦੀ ਐ ਪੰਡਤ ਜੀ ਮੈਂ ਹੈਰਾਨ ਹੈ, ਮੇਰੀ ਮੱਤ ਕਹਿਣ ਲੱਗੀ ਹੈ ਵਿਚਲਤ ਹੋ ਗਈ ਹੈ ਜਦੋਂ ਇਸ ਬੱਚੇ ਦਾ ਜਨਮ ਹੋਇਆ। ਪੁੱਛਿਆ ਵੀ ਇਹ ਦੌਲਤਾਂ ਦਾਈ ਤੂੰ ਵਿਚਲਤ ਕਿਉਂ ਹੋਈ ਹੈ? ਤੇਰੇ ਵਿਚਲਤ ਹੋਣ ਦਾ ਕਾਰਨ ਕੀ ਹੈ? ਦੌਲਤਾਂ ਦਾਈ ਕਹਿੰਦੀ, ਕਹਿਣ ਲੱਗੀ ਮੈਂ ਵਿਚਲਤ ਇਸ ਕਰਕੇ ਹੋਈ ਹੈ ਕਿ ਲੋਕਾਂ ਦੇ ਬੱਚੇ ਪੈਦਾ ਹੁੰਦੇ ਐ, ਪਤਾ ਨਹੀਂ ਮੇਰੇ ਹੱਥਾਂ ਵਿੱਚ ਕਿੰਨੇ ਕੁ ਬੱਚੇ ਪੈਦਾ ਹੋਏ, ਪਰ ਅੱਜ ਤੱਕ ਇਹੋ ਜਿਹਾ ਅਨੋਖਾ ਬੱਚਾ ਨਹੀਂ ਪੈਦਾ ਹੋਇਆ। ਉਹ ਕਹਿਣ ਲੱਗੇ ਅਨੋਖੇ ਦੀ ਕੀ ਗੱਲ? ਉਹ ਕਹਿਣ ਲੱਗੇ ਦੁਨੀਆ ਰੋਂਦੀ ਹੈ, ਪਰ ਇਹੋ ਜਿਹਾ ਬੱਚਾ ਹੋਇਆ ਜਿਹੜਾ ਦੁਨੀਆ ਦੇ ਵਿੱਚ ਆਇਆ, ਇਹ ਰੋਇਆ ਨਹੀਂ, ਇਹ ਬਹੁਤ ਮੁਸਕਰਾਇਆ। ਕਹਿਣ ਲੱਗੇ ਇਦਾਂ ਹੱਸ ਰਿਹਾ ਜਿੱਦਾਂ ਇਸ ਨੂੰ ਕੋਈ ਚੀਜ਼ ਪ੍ਰਾਪਤ ਹੋਈ ਹੋਵੇ। ਤੇ ਉੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਹਿਣ ਲੱਗੇ ਇਹ ਦੌਲਤਾਂ ਦਾਈ ਉਹਨਾਂ ਨੇ ਫਿਰ ਆਪਣੇ ਪ੍ਰਕਰਨ ਦੇ ਵਿੱਚ ਲਿਖਿਆ, ਕਹਿੰਦੇ ਇਹ ਰੋਇਆ ਤਾਂ ਕਰਕੇ ਨਹੀਂ, ਇਹ ਦੁਨੀਆ ਦੇ ਰੋਣਿਆਂ ਨੂੰ ਖਤਮ ਕਰਨ ਵਾਸਤੇ ਆਇਆ, ਇਹ ਤਾਂ ਕਰਕੇ ਨਹੀਂ ਰੋਇਆ। ਇਹ ਤਾਂ ਕਰਕੇ ਕਹਿਣ ਲੱਗੇ ਇਸਨੇ ਦੁੱਖ ਨਹੀਂ ਮਨਾਇਆ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹ ਕਹਿੰਦੇ ਜਦੋਂ ਬੱਚੇ ਦਾ ਜਨਮ ਹੋਇਆ ਤੇ ਬੱਚੇ ਦੇ ਜਨਮ ਵੇਲੇ ਕਹਿਣ ਲੱਗੇ ਸਾਰਿਆਂ ਨੇ ਇਹ ਗੱਲ ਕੀਤੀ, ਭਾਈ ਚੰਗਾ ਹੋਇਆ ਬਈ ਤੁਹਾਡੇ ਘਰ ਦੇ ਵਿੱਚ ਪੁੱਤਰ ਹੋਇਆ। ਬੜੀ ਖੁਸ਼ੀ ਮਨਾਈ ਸਾਰਿਆਂ ਨੇ, ਤੇ ਖੁਸ਼ੀ ਮਨਾਉਣੀ ਵੀ ਬਣਦੀ, ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਪੁੱਤਰ ਆਇਆ ਇਹ ਦਾਤ ਰੱਬ ਨੇ ਦਿੱਤੀ ਹੈ। ਤੇ ਪਰਮਾਤਮਾ ਦੀ ਜਿਹੜੀ ਦਾਤ ਹੈ ਸਭ ਤੋਂ ਪਿਆਰੀ ਹੈ, ਇਹ ਸਭ ਤੋਂ ਚੰਗੀ ਹੈ। ਤੇ ਪਰਿਵਾਰ ਵਾਲੇ ਕਹਿੰਦੇ, ਤੀਸਰੇ ਪਾਤਸ਼ਾਹ ਜੀ ਕਹਿੰਦੇ ਫਰਮਾਉਂਦੇ ਆ ਵੀ ਪਰਿਵਾਰ ਵਾਲੇ ਕਹਿੰਦੇ ਭਾਈ ਬਹੁਤ ਚੰਗਾ ਹੋਇਆ, ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਫਨਾ, ਮਾਇਆ ਅਮਰ ਵਰਤਾਇਆ। ਕਹਿਣ ਲੱਗੇ ਰੋਂਦਾ ਤਾਂ ਵੀ ਹੈ ਕਿ ਇਸ ਦੀ ਜਿਹੜੀ ਲਿਵ ਹੈ ਛੁੱਟ ਗਈ ਹੈ, ਲਿਵ ਛੁੜਕੀ ਲੱਗੀ ਤ੍ਰਿਫਨਾ,
ਮਾਇਆ ਅਮਰ ਵਰਤਾਇਆ, ਕਹਿਣ ਲੱਗੇ ਹੁਣ ਮਾਇਆ ਨੇ ਕਹਿਣ ਲੱਗੇ ਆਪਣਾ ਵਰਤਾਇਆ ਵਰਤਾ ਦਿੱਤਾ। ਤੇ ਮਾਇਆ ਕਰਦੀ ਕੀ ਹੈ? ਇਹ ਮਾਇਆ ਜਿਤ ਹਾਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਕਰਦੀ ਕੀ ਹੈ? ਜਿਤ ਹਾਰ ਵਿਸਰੈ, ਕਹਿਣ ਲੱਗੇ ਜਦੋਂ ਇਹਦਾ ਪ੍ਰਤਾਪ ਪੈਂਦਾ ਤੇ ਕਹਿਣ ਲੱਗੇ ਰੱਬ ਭੁੱਲ ਜਾਂਦਾ ਜੇ, ਰੱਬ ਨਹੀਂ ਜੇ ਯਾਦ ਰਹਿੰਦਾ। ਮੋਹ ਉਪਜੈ, ਕਹਿਣ ਲੱਗੇ ਹੁਣ ਮੋਹ ਸ਼ੁਰੂ ਹੋ ਗਿਆ। ਸ਼ੁਰੂਆਤ ਕਿੱਥੋਂ ਹੋਈ? ਕਹਿਣ ਲੱਗੇ ਮਾਤਾ ਦੇ ਦੁੱਧ ਤੋਂ। ਕਹਿਣ ਲੱਗੇ ਜਦੋਂ ਹੀ ਮਾਤਾ ਨੇ ਆਪਣਾ ਦੁੱਧ ਆਪਣੇ ਪੁੱਤਰ ਨੂੰ ਪਿਆਇਆ, ਕਹਿਣ ਲੱਗੇ ਮਾਇਆ ਨੇ ਆਪਣਾ ਵਰਤਾਵਾ ਉਸੇ ਦਿਨ ਹੀ ਵਰਤਾ ਦਿੱਤਾ ਸੀ। ਸ਼ੁਰੂਆਤ ਦੇ ਵਿੱਚ ਦੁੱਧ ਦੇ ਵਿੱਚ, ਫਿਰ ਉਸ ਤੋਂ ਬਾਅਦ ਖਿਡੌਣਿਆਂ ਦੇ ਰੂਪ ਦੇ ਵਿੱਚ, ਮਾਤਾ ਪਿਤਾ ਭੈਣ ਭਾਈਆਂ ਦੇ ਰੂਪ ਦੇ ਵਿੱਚ। ਜਿੰਨਾ ਚਿਰ ਬੰਦਾ ਕੁਆਰਾ ਰਹਿੰਦਾ ਉਹਨਾਂ ਚਿਰ ਫਿਰ ਇਹ ਵਰਤਾਵਾ ਇਦਾਂ ਹੀ ਚੱਲਦਾ, ਉਹਨਾਂ ਚਿਰ ਇੱਧਰ ਹੀ ਰਹਿੰਦਾ ਬੰਦਾ। ਫਿਰ ਜਦੋਂ ਵਿਆਹਿਆ ਜਾਂਦਾ ਫਿਰ ਉਹਦੇ ਸਾਕ ਸੰਬੰਧੀ, ਉਹਦੀ ਇਸਤਰੀ, ਉਹਦੇ ਪੁੱਤਰ, ਉਹਦੇ ਧੀਆਂ, ਫਿਰ ਉਹਨਾਂ ਦੇ ਵਿੱਚ ਇਹ ਫਸ ਜਾਂਦਾ। ਇਹ ਮਾਇਆ ਜਿਤ ਹਾਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿਣ ਲੱਗੇ ਹੁਣ ਭਾਵਨਾ ਆ ਗਈ ਦੂਜੇ ਦੀ। ਦੂਜੇ ਨੂੰ ਕਿਹਾ ਗਿਆ ਦਵੈਤ। ਦਵੈਤ ਕਹਿੰਦੇ ਆ ਬਈ ਆਪਣਿਆਂ ਨਾਲ ਪ੍ਰੇਮ ਕਰਦਾ ਤੇ ਦੂਜਿਆਂ ਨਾਲ ਈਰਖਾ ਕਰਦਾ। ਆਪਣਾ ਭਾਵੇਂ ਕੰਮ ਭੈੜਾ ਹੋਵੇ, ਕਹਿੰਦਾ ਮੇਰੇ ਵਰਗਾ ਤੇ ਕੰਮ ਹੀ ਕਿਸੇ ਦਾ ਨਹੀਂ। ਆਪਣੇ ਇਸਦੇ ਮਿੱਤਰ, ਯਾਰ ਬੇਲੀ, ਸਾਕ ਸੰਬੰਧੀ ਕੋਈ ਮਾੜਾ ਕਰਮ ਵੀ ਕਰਦੇ ਨੇ, ਕਹਿਣ ਲੱਗੇ ਬੰਦਾ ਤੇ ਇਹੋ ਜਾਣੀ ਸੀ, ਪਤਾ ਨਹੀਂ ਰੱਬ ਨੇ ਹੀ ਕਰਵਾ ਦਿੱਤਾ। ਕਿਉਂਕਿ ਕਿਉਂ? ਕਹਿਣ ਲੱਗੇ ਪ੍ਰੇਮ ਹੈ, ਆਪਣਿਆਂ ਨਾਲ ਹਮੇਸ਼ਾ ਲਗਾਵ ਹੁੰਦਾ। ਆਪਣੇ ਨਾਲ ਹਮੇਸ਼ਾ ਲਗਾਵ ਹੋਵੇਗਾ ਤੇ ਜੇਕਰ ਕੀ ਦੂਜਾ ਕੋਈ ਕਰ ਦਵੇ, ਕਹਿਣ ਲੱਗੇ ਇਹਦੇ ਵਰਗਾ ਤੇ ਦੁਸ਼ਟ ਬੰਦਾ ਹੀ ਕੋਈ ਨਹੀਂ। ਦੂਜਾ ਭਾਵੇਂ ਸੰਤ ਵੀ ਕਿਉਂ ਨਾ ਹੋਵੇ, ਭਗਤ ਵੀ ਕਿਉਂ ਨਾ ਹੋਵੇ, ਤੇ ਬੰਦਾ ਦੂਜਿਆਂ ਦੇ ਵਿੱਚ ਖਾਮੀਆਂ ਲੱਭਦਾ, ਉਹਨਾਂ ਦੇ ਔਗਣ ਲੱਭਦਾ। ਬੰਦੇ ਨੇ ਜਿਹਨੂੰ ਆਪਣਾ ਬਣਾਇਆ ਉਹਦੇ ਔਗਣ ਕਦੇ ਨਹੀਂ ਲੱਭੇਗਾ, ਕਦੀ ਵੀ ਉਹਦੇ ਦੋਸ਼ ਨਹੀਂ ਵੇਖੇਗਾ, ਕਦੇ ਵੀ ਉਹਦੇ ਦੋਸ਼ਾਂ ਨੂੰ ਚਿਤਾਰੇਗਾ ਨਹੀਂ। ਜੇਕਰ ਕੀ ਬੰਦਾ ਚਿਤਾਰਦਾ ਤੇ ਕਹਿਣ ਲੱਗੇ ਉਦੋਂ ਚਿਤਾਰਦਾ ਜਦੋਂ ਕੋਈ ਦੂਜਾ ਅੱਗੇ ਖਲੋਤਾ ਹੈ, ਜਦੋਂ ਅੱਗੇ ਕੋਈ ਹੋਰ ਹੈ। ਇਸ ਲਈ ਮਹਾਰਾਜ ਕਹਿੰਦੇ ਭਾਉ ਦੂਜਾ ਲਾਇਆ। ਹੁਣ ਇਸ ਨੂੰ ਦੂਜਾ ਭਾਵ ਲੱਗ ਚੁੱਕਿਆ ਤੇ ਅੰਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਤੇ ਗੱਲ ਹੋਈ ਉਹਨਾਂ ਦੀ ਜਿਨ੍ਹਾਂ ਦੀ ਲਿਵ ਲੱਗੀ ਹੈ। ਵੈਸੇ ਲਿਵ ਦਾ ਅਰਥ, ਅਖਰੀ ਅਰਥ ਹੈ ਲਗਾਤਾਰ, ਇੱਕ ਰਸ। ਇਸ ਨੂੰ ਵਿਦਵਾਨਾਂ ਨੇ ਕਿਹਾ ਲਿਵ ਤਾਰ, ਇੱਕ ਤਾਰ ਦੀ ਨਿਆਈ। ਜਿੱਦਾਂ ਕਹਿਣ ਲੱਗੇ ਤੇਲ ਹੁੰਦਾ ਨਾ, ਤੇ ਜਦੋਂ ਤੇਲ ਨੂੰ ਧਰਤੀ ਦੇ ਉੱਤੇ ਥੱਲੇ ਡੋਲਿਆ ਜਾਂਦਾ ਆ ਤੇ ਕਹਿਣ ਲੱਗੇ ਉਹ ਇਹ ਨਹੀਂ ਆ ਬਈ ਕਦੀ ਖਤਮ ਹੋ ਗਿਆ ਕਦੀ ਚੱਲ ਪਿਆ। ਕਹਿਣ ਲੱਗਾ ਇੱਕੋ ਧਾਰ ਦੇ ਵਿੱਚ, ਇੱਕੋ ਲੈ ਦੇ ਵਿੱਚ ਬਹਿੰਦਾ। ਕਹਿਣ ਲੱਗੇ ਉਸ ਨੂੰ ਲਿਵ ਕਹਿੰਦੇ ਆ। ਲਿਵ ਚੰਗੀ ਵੀ ਹੋ ਸਕਦੀ ਹੈ ਤੇ ਲਿਵ ਮਾੜੀ ਵੀ ਹੋ ਸਕਦੀ ਹੈ। ਧਿਆਨ ਚੰਗਾ ਵੀ ਹੋ ਸਕਦਾ ਹੈ ਤੇ ਧਿਆਨ ਮਾੜਾ ਬੰਦਾ ਵੀ ਲਾ ਸਕਦਾ। ਕਹਿਣ ਲੱਗੇ ਚੋਰ ਵੀ ਬੜਾ ਧਿਆਨ ਰੱਖਦੇ ਆ ਤੇ ਕਹਿਣ ਲੱਗੇ ਜਿਹੜੇ ਸਾਧੂ ਹੈ, ਜਿਹੜੇ ਭਗਤ ਹੈ, ਜਿਹੜੇ ਜਗਿਆਸੂ ਹੈ, ਧਿਆਨ ਉਹ ਵੀ ਬਹੁਤ ਰੱਖਦੇ ਆ। ਪਰ ਧਿਆਨ ਵਿੱਚ ਫਰਕ ਪੈ ਜਾਂਦਾ।
ਚੋਰ ਦਾ ਧਿਆਨ ਇੱਥੇ ਹੁੰਦਾ ਬਈ ਮੈਂ ਚੋਰੀ ਕਰਨ ਲੱਗਾ ਕਿਤਲੇ ਕੋਈ ਮੈਨੂੰ ਵੇਖਦਾ ਤੇ ਨਹੀਂ ਪਿਆ, ਕੋਈ ਮੇਰੀ ਚੋਰੀ ਨੂੰ ਵੇਖਦਾ ਤੇ ਨਹੀਂ ਪਿਆ, ਜਿਹੜੀ ਹੱਥ ਦੀ ਸਫਾਈ ਕਰਨੀ ਹੈ ਮੈਨੂੰ ਕੋਈ ਦੇਖੇਗਾ ਤੇ ਨਹੀਂ। ਮਾੜੇ ਕੰਮ ਕਰਨ ਵਾਲੇ ਹਮੇਸ਼ਾ ਧਿਆਨ ਲਾ ਕੇ ਦੇਖਦੇ ਆ। ਕਹਿਣ ਲੱਗੇ ਧਿਆਨ ਉਹ ਵੀ ਲਾਉਂਦੇ, ਮਾੜੇ ਬੰਦੇ ਵੀ ਲਾਉਂਦੇ, ਪਰ ਉਹਨਾਂ ਦਾ ਧਿਆਨ ਵਕਾਰਾਂ ਦੇ ਵਿੱਚ ਹੈ, ਉਹਨਾਂ ਦਾ ਧਿਆਨ ਮਾੜੇ ਕਰਮਾਂ ਦੇ ਵਿੱਚ। ਕਹਿਣ ਲੱਗੇ ਭਗਤ ਵੀ ਧਿਆਨ ਲਾਉਂਦਾ, ਰੱਬ ਦਾ ਪਿਆਰਾ ਵੀ ਧਿਆਨ ਲਾਉਂਦਾ, ਕਿਹਦੇ ਵਿੱਚ? ਕਹਿਣ ਲੱਗੇ ਪਰਮਾਤਮਾ ਵਿੱਚ। ਕੀ ਆ ਪਰਮਾਤਮਾ? ਇਹ ਸੁਰਤੀ, ਇਹ ਬਿਰਤੀ ਕਹਿਣ ਲੱਗੇ ਤੇਰੇ ਚਰਨਾਂ ਦੇ ਨਾਲ ਜੁੜੀ ਰਵੇ, ਮੈਂ ਤੇਰੇ ਚਰਨਾਂ ਦੇ ਨਾਲ ਜੁੜਿਆ ਰਵਾਂ, ਕਦੀ ਵੀ ਕਹਿਣ ਲੱਗੇ ਤੇਰੇ ਚਰਨਾਂ ਤੋਂ ਟੁੱਟਾ ਨਾ। ਹਮੇਸ਼ਾ ਜਗਿਆਸੂ ਇਹ ਬੇਨਤੀ ਕਰਦਾ। ਮਾਇਆ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤਾ ਹੈ, ਕਿਉਂਕਿ ਆਪਾਂ ਸਾਰੇ ਹੀ ਗੁਰੂ ਘਰ ਦੇ ਵਿੱਚ ਆਉਂਦੇ ਆ, ਸਾਰਿਆਂ ਦੀ ਇੱਛਾ ਇਹ ਹੈ ਕਿ ਪਰਮਾਤਮਾ ਇਹ ਜਿਹੜੀਆਂ ਮੋਹ ਦੀਆਂ ਤੰਦਾਂ ਤੋੜ ਦੇ, ਪਰ ਇਸ ਅਰਦਾਸ ਨੂੰ ਕਰਨ ਵਾਲਾ ਕੋਈ ਵਿਰਲਾ ਹੀ ਆ, ਨਹੀਂ ਤੇ ਲੋਕੀ ਤੰਦਾਂ ਮੰਗਣ ਵਾਸਤੇ ਆਉਂਦੇ ਆ। ਵੈਸੇ ਦੁਨੀਆ ਦੇ ਵਿੱਚ 99% ਉਹ ਬੰਦੇ ਆ ਜਿਹੜੇ ਦੁਨੀਆ ਦੇ ਪਦਾਰਥਾਂ ਨੂੰ ਮੰਗਦੇ ਆ ਗੁਰੂ ਘਰ ਦੇ ਵਿੱਚ ਆ ਕੇ। ਕੋਈ ਵਿਰਲਾ, ਕੋਈ ਲੱਖਾਂ ਦੇ ਵਿੱਚੋਂ, ਕੋਈ ਕਰੋੜਾਂ ਦੇ ਵਿੱਚੋਂ ਇੱਕ ਹੋਵੇਗਾ ਜਿਹੜਾ ਕਹੇਗਾ ਪਰਮਾਤਮਾ ਮੈਨੂੰ ਤੂੰ ਮਿਲ ਜਾ, ਮੈਨੂੰ ਤੇਰੀ ਪ੍ਰਾਪਤੀ ਹੋ ਜਾਵੇ। ਵੈਸੇ ਜਿਹੜਾ ਤੂੰ ਸ਼ਬਦ ਹੈ ਨਾ, ਇਹ ਪਰਮਾਤਮਾ ਦੇ ਪਰਥਾਏ ਬਾਣੀ ਦੇ ਵਿੱਚ ਆਇਆ। ਤੇ ਜੇਕਰ ਕਿ ਤੁਹਾਨੂੰ ਕੋਈ ਰਸਤੇ ਦੇ ਵਿੱਚ ਕੋਈ ਕਹਿ ਦੇਣਾ ਤੂੰ ਇਹ ਕੀਤਾ, ਤੇ ਬੰਦਾ ਬੜਾ ਗੁੱਸਾ ਮਨਾਉਂਦਾ ਜੀ। ਉਦੋਂ ਕਹਿੰਦਾ ਤੂੰ ਮੈਨੂੰ ਤੂੰ ਕਰਕੇ ਕਿੱਦਾਂ ਬੁਲਾਇਆ? ਤੇ ਬਾਣੀ ਦੇ ਵਿੱਚ ਆਇਆ ਜਬ ਤੁਮ ਹੋਤੇ ਤਬ ਮੈਂ ਨਾ। ਜਦੋਂ ਤੂੰ ਹੁੰਦਾ ਨਾ ਪਰਮਾਤਮਾ, ਉਦੋਂ ਮੇਰਾ ਹੰਕਾਰ, ਉਦੋਂ ਮੇਰਾ ਮਾਣ ਨਹੀਂ ਹੁੰਦਾ। ਤੂੰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ। ਕਹਿਣ ਲੱਗੇ ਜਦੋਂ ਤੂੰ ਸੈਂ ਤੇ ਹੰਕਾਰ ਨਹੀਂ ਸੀ। ਇਸ ਲਈ ਲੋਕੀ ਪਰਮਾਤਮਾ ਨੂੰ ਮੰਗਦੇ ਨਹੀਂ, ਲੋਕੀ ਮੰਗਦੇ ਆ ਦੁਨੀਆ ਦੇ ਪਦਾਰਥਾਂ ਨੂੰ, ਲੋਕੀ ਮੰਗਦੇ ਆ ਮਾਇਆ ਨੂੰ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤਾ ਹੈ, ਕਹਿਣ ਲੱਗੇ ਬਾਹਰ ਕੀ ਅਗਨ ਬੂਝੈ ਜਲ ਸਰਤਾਕੈ। ਕਹਿਣ ਲੱਗੇ ਬਾਹਰ ਅੱਗ ਲੱਗੀ ਹੋਵੇ ਨਾ, ਤੇ ਬਾਹਰ ਦੀ ਅੱਗ ਜਿਹੜੀ ਹੈ ਕਹਿਣ ਲੱਗੇ ਪਾਣੀ ਦੇ ਨਾਲ ਬੁਝਾਈ ਜਾ ਸਕਦੀ ਹੈ। ਆਪਾਂ ਬੁਝਾਉਂਦੇ ਵੀ ਆ, ਆਪਾਂ ਬੁਝਦੀ ਵੇਖੀ ਵੀ ਆ ਵੀ ਬਾਹਰ ਕੋਈ ਅੱਗ ਲੱਗ ਜਾਵੇ, ਕਹਿਣ ਲੱਗੇ ਤੇ ਬੰਦਾ ਕੀ ਕਰਦਾ, ਛੇਤੀ ਛੇਤੀ ਜਾਂਦਾ ਪਾਣੀ ਲੈ ਕੇ ਆਉਂਦਾ ਤੇ ਉਹਦੇ ਉੱਤੇ ਪਾਣੀ ਪਾ ਦਿੰਦਾ, ਅੱਗ ਬੁਝ ਜਾਂਦੀ ਹੈ। पर कहते नाव मैं जो अगन लग गया कैसे क्या बुझाई है। कह लगे पर जे ओही अग जेड़ी बेड़ी दे विच तू बैठा सफर करदा पिया ते जेकर कि ओ अग उस बेड़ी दे विच लग जावे, कहन लगे सजना किदां बुझाएगा। कहन लगे उन्होंने नहीं बुझा सकदा, ਉਹਦੇ ਵਾਸਤੇ ਤਾਂ ਇੱਕੋ ਗੱਲ ਹੈ ਭਾਈ ਛਾਲ ਮਾਰ ਜਾ ਤੇ ਆਪਣਾ ਬਚਾ ਲੈ। ਕਹਿਣ ਲੱਗੇ ਅਗਨੀ ਤੇਰੇ ਕੋਲ ਨਹੀਂ ਬੁਝੇਗੀ, ਕਿਉਂਕਿ ਪਾਣੀ ਬਾਹਰੋਂ ਲਿਆਉਣਾ ਸੀ। ਹੁਣ ਪਾਣੀ ਦੇ ਵਿੱਚ ਖਲੋਤਾ ਤੇ ਜੇਕਰ ਕੀ ਬੁਝਾਉਣ ਦੀ ਕੋਸ਼ਿਸ਼ ਕਰੇਗਾ ਤੇ ਆਪਣਾ ਆਪ ਵੀ ਗਵਾ ਲਵੇਂਗਾ। ਇਸ ਕਹਿਣ ਲੱਗੇ ਉਹ ਅਗਨੀ ਨਹੀਂ ਬੁਝੇਗੀ, ਬੜੀ ਮੁਸ਼ਕਲ ਹੈ। ਫਿਰ ਦੂਸਰੀ ਉਦਾਹਰਣ ਉਹਨਾਂ ਨੇ ਦਿੱਤੀ, कहन लगे बाहर सै भागत ओट लीजियत कोट गढ़।
ਕਹਿਣ ਲੱਗੇ ਪਿੱਛੇ ਕੋਈ ਡਾਕੂ ਪੈ ਜਾਵੇ, ਕੋਈ ਚੋਰ, ਕੋਈ ਲਟੇਰਾ ਤੈਨੂੰ ਲੁੱਟਣ ਵਾਸਤੇ ਆ ਜਾਵੇ, ਤੇ ਕਹਿਣ ਲੱਗੇ ਫਿਰ ਬੰਦਾ ਕੀ ਕਰਦਾ? ਕਹਿਣ ਲੱਗਾ ਛੇਤੀ ਛੇਤੀ ਜਾਣਾ, ਆਪਣੇ ਘਰ ਦੇ ਵਿੱਚ ਕਿਸੇ ਕਿਲੇ ਦੇ ਵਿੱਚ ਮਹਿਫੂਜ਼ ਹੋ ਜਾਵਾਂਗਾ ਮੈਂ। ਕਿਉਂਕਿ ਗੜ ਕੋਟ ਇਸੇ ਕਰਕੇ ਬਣੇ ਆ ਵੀ ਤਾਂ ਕਿ ਉਹਨਾਂ ਵਿੱਚ ਬੰਦੇ ਦੀ ਰਾਖੀ ਹੋ ਜਾਵੇ। ਤੁਸੀਂ ਰਾਜਸਥਾਨ ਵੱਲ ਜਾਓ, ਤੁਹਾਨੂੰ ਬੜੇ ਬੜੇ ਤਕੜੇ ਕਿਲੇ ਦਿਸਣਗੇ। ਉਹ ਕਿਲੇ ਕਹਿਣ ਲੱਗੇ ਬੜੀਆਂ ਉੱਚੀਆਂ ਜਗ੍ਹਾ ਤੇ ਬਣਾਏ ਆ। ਤੁਸੀਂ ਗਵਾਲੀਅਰ ਜਾਓ, ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ ਸੀ। ਕਿਲਾ ਬਹੁਤ ਉੱਚਾ ਹੈ, ਤੁਸੀਂ ਅੱਜ ਵੀ ਉਹਦੇ ਦਰਸ਼ਨ ਕਰ ਸਕਦੇ ਹੋ। ਤੇ ਉਸ ਕਿਲੇ ਦੇ ਉੱਤੋਂ ਜਿਹੜਾ ਪਿੰਡ, ਜਿਹੜਾ ਗਵਾਲੀਅਰ ਸ਼ਹਿਰ ਆ, ਬਹੁਤ ਛੋਟਾ ਦਿਸਦਾ। ਦੋ ਰਸਤੇ ਆ ਉਹਦੇ, ਇੱਕ ਗੱਡੀਆਂ ਵਾਲਾ ਤੇ ਇੱਕ ਪਗਡੰਡੀ ਵਾਲਾ, ਜਿਹੜਾ ਬੰਦਾ ਚੱਲ ਕੇ ਜਾ ਸਕਦਾ। ਸੋ ਰਹੋ ਵਿਚਾਰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਹਰ ਸਹਿ ਭਾਗਤ ਓਟ ਲੀਜੀਅਤ ਕੋਟ ਗੜ। ਕਹਿਣ ਲੱਗੇ ਤੂੰ ਬਾਹਰੋਂ ਭੱਜਿਆ ਤੇ ਬਾਹਰੋਂ ਭੱਜ ਕੇ ਕਹਿਣ ਲੱਗਿਆ ਗੜ ਦਾ, ਕਹਿਣ ਲੱਗਿਆ ਸਹਾਰਾ ਲਿਆ ਤੂੰ ਕਿਲੇ ਦਾ। ਤੇ ਕਹਿਣ ਲੱਗੇ ਪਰ ਜੇਕਰ ਕਿ ਤੈਨੂੰ ਕੋਈ ਗੜ ਮੈਂ ਜੋ ਲੂਟ ਲੀਜੈ, ਕਹਿਣ ਲੱਗੇ ਜੇਕਰ ਕਿ ਤੈਨੂੰ ਕੋਈ ਗੜ ਦੇ ਵਿੱਚ ਹੀ ਲੁੱਟ ਲਵੇ, ਕਹੋ ਕੱਤ ਜਾਈਏ ਤੇ ਫਿਰ ਦੱਸ ਕਿੱਥੇ ਜਾਵੇਂਗਾ। ਬਾਹਰੋਂ ਡਰਿਆ ਸੀ ਤੇ ਕਹਿਣ ਲੱਗੇ ਗਿਆ ਗੜ ਦੇ ਵਿੱਚ, ਆਪਣੇ ਘਰ ਦੇ ਵਿੱਚ ਜੇ ਕੋਈ ਘਰੋਂ ਲੁੱਟ ਲੈ ਗਿਆ ਫਿਰ ਕੀ ਕਰੇਗਾ? ਹੁਣ ਜਿਹੜੇ ਬੰਦੇ ਆ, ਜਿਹੜੇ ਦੁਕਾਨਦਾਰ ਆ, ਬਿਜ਼ਨਸਮੈਨ ਹੈ, ਉਹ ਕੀ ਕਰਦੇ? ਕਹਿਣ ਲੱਗੇ ਜਿਹੜਾ ਕੀਮਤੀ ਸਮਾਨ ਆ ਉਹ ਘਰ ਦੇ ਵਿੱਚ ਲੈ ਕੇ ਜਾਂਦੇ ਵੀ ਘਰ ਸੇਫ ਰਹੇਗਾ, ਸੁਰੱਖਿਅਤ ਰਹੇਗਾ। ਤੇ ਜੇ ਬਾਹਰ ਪਿਆ ਹੈ ਤੇ ਜਿਹੜਾ ਮਰਜ਼ੀ ਚੁੱਕ ਲਿਜਾ ਸਕਦਾ, ਜਿਹੜਾ ਮਰਜ਼ੀ ਲਿਜਾ ਸਕਦਾ। ਪਰ ਕਹਿੰਦੇ ਜੇਕਰ ਕਿ ਹੁਣ ਘਰ ਦੇ ਵਿੱਚ ਹੀ ਚੋਰੀ ਹੋ ਗਈ ਤੇ ਫਿਰ ਲੈ ਕੇ ਕਿੱਥੇ ਜਾਣਾ? ਚੋਰਨ ਕੈ ਤਰਾਸ ਜਾਏ ਸ਼ਰਨ ਨਗਿੰਦ ਕੈ ਨਰਿੰਦ ਕੈ। ਕਹਿਣ ਲੱਗੇ ਚੋਰਾਂ ਦੇ ਡਰ ਤੋਂ ਬੰਦਾ ਗਿਆ ਤੀਜੀ ਉਦਾਹਰਣ ਦੇ ਵਿੱਚ, ਕਹਿਣ ਲੱਗੇ ਰਾਜੇ ਦੇ ਕੋਲ, ਬੇ ਰਾਜਾ ਮੇਰੀ ਸਹਾਇਤਾ ਕਰੇਗਾ, ਰਾਜਾ ਮੇਰਾ ਮਾਣ ਤਾਣ ਰੱਖੇਗਾ ਜੇ ਮੈਂ ਉਹਦੇ ਕੋਲ ਜਾਵਾਂਗਾ। ਸ਼ਾਇਦ ਆ ਜਿਹੜਾ ਚੋਰਾਂ ਦਾ ਡਰ ਹੈ, ਜਿਹੜੇ ਚੋਰ, ਜਿਹੜੇ ਲਟੇਰੇ ਮੈਨੂੰ ਮਾਰਨਾ ਚਾਹੁੰਦੇ ਆ, ਸ਼ਾਇਦ ਮੈਂ ਇਹਨਾਂ ਤੋਂ ਬਚ ਜਾਵਾਂ, ਸ਼ਾਇਦ ਇਹਨਾਂ ਤੋਂ ਮੇਰਾ ਬਚਾਅ ਹੋ ਜਾਵੇ। ਪਰ ਕਹਿੰਦੇ ਐ ਮਾਰੈ ਮਹੀ ਪਤ ਜੀਓ ਕੈਸੇ ਕਹਿ ਬਚਾਈ ਹੈ। ਤੇ ਜੇ ਰਾਜਾ ਮਾਰਨ ਵਾਲਾ ਹੋ ਜਾਵੇ ਤੇ ਫੇਰ ਦੱਸੋ ਕਿੰਨੇ ਬਚਾਉਣਾ? ਰਾਜ ਦੇ ਵਿੱਚ ਜੇ ਰਾਜਾ ਹੀ ਮਾਰਨ ਤੇ ਤੁਲ ਜਾਵੇ, ਕਹਿਣ ਲੱਗੇ ਪ੍ਰਜਾ ਸੁਰੱਖਿਅਤ ਨਹੀਂ। ਜਿਹਦੇ ਰਾਜ ਦੇ ਵਿੱਚ ਲੋਕਾਂ ਦੀ ਮੌਤ ਸ਼ੁਰੂ ਹੋ ਜਾਵੇ, ਕਹਿਣ ਲੱਗੇ ਉਸ ਰਾਜੇ ਦਾ ਰਾਜ ਠੀਕ ਨਹੀਂ। ਜਿਹਦੇ ਰਾਜ ਦੇ ਵਿੱਚ ਕਹਿਣ ਲੱਗੇ ਲੁੱਟਾਂ ਖੋਹਾਂ ਸ਼ੁਰੂ ਹੋ ਜਾਣ, ਕਹਿਣ ਲੱਗੇ ਉਹ ਰਾਜੇ ਦਾ ਰਾਜ ਬੜਾ ਮਾੜਾ ਹੈ, ਜਾਂ ਉਹਦਾ ਰਾਜ ਬੜਾ ਮਾੜਾ ਹੈ, ਜਾਂ ਫਿਰ ਉਹ ਰਾਜਾ ਹੀ ਮਾੜਾ ਹੈ। ਦੋਵੇਂ ਗੱਲਾਂ, ਜਾਂ ਉਹਦੇ ਵਿੱਚ ਆਪ ਖਾਮੀ ਹੈ ਤੇ ਜਾਂ ਉਹਦੇ ਰਾਜ ਦੇ ਵਿੱਚ ਖਾਮੀ ਹੈ। ਕਹਿਣ ਲੱਗੇ ਲੁੱਟਾਂ ਖੋਹਾਂ ਮਾਰ ਧਾੜ ਉੱਥੇ ਹੋਵੇਗੀ ਜਿੱਥੋਂ ਦਾ ਰਾਜਾ ਮਾੜਾ ਹੈ। ਜਿਨ੍ਹਾਂ ਦੇ ਦਰ ਤੇ ਆਪਾਂ ਬੈਠੇ ਆ ਨਾ, ਜਦੋਂ ਉਹ ਆਪਣੇ ਸਮੇਂ ਦੇ ਵਿੱਚ ਸਨ, ਉਸ ਵੇਲੇ ਵੀ ਇੱਕ ਰਾਜਾ ਸੀ ਜਿਹਨੂੰ ਆਪਾਂ ਨਰੰਗਾ ਕਹਿੰਦੇ ਆ, ਜਿਸ ਦਾ ਨਾਮ ਸੀ ਔਰੰਗਜ਼ੇਬ। ਪਰ 10ਵੇਂ ਪਾਤਸ਼ਾਹ ਜੀ ਕਹਿੰਦੇ ਤੂੰ ਆਪਣੇ ਨਾਮ ਉੱਤੇ ਪੂਰੇ ਨਹੀਂ ਉਤਰ ਸਕਦਾ। ਤੇਰਾ ਨਾਮ ਜ਼ਰੂਰ ਔਰੰਗਜ਼ੇਬ ਹੈ, ਪਰ ਕਹਿਣ ਲੱਗੇ ਤੂੰ ਇਸ ਨਾਮ ਦੀ ਕਦਰ ਨਹੀਂ ਕੀਤੀ। ਇਸ ਲਈ ਖਾਲਸਾ ਕਹਿੰਦਾ ਨਰੰਗਾ। ਕਹਿਣ ਲੱਗੇ ਉਹ ਨਰੰਗਾ ਵੀ, ਕਹਿਣ ਲੱਗੇ ਉਹਦਾ ਰਾਜ ਵੀ ਚੰਗਾ ਨਹੀਂ ਸੀ। ਜਦੋਂ ਉਹਦਾ ਰਾਜ ਸੀ
ਤੇ ਕਹਿਣ ਲੱਗੇ ਉਦੋਂ ਜਿਹੜੇ ਉਹ ਸਮੇਂ ਦਾ ਜਿਹੜੇ ਹਾਕਮ ਸਨ ਉਹ ਮਜ਼ਲੂਮਾਂ ਉੱਤੇ ਜ਼ੁਲਮ ਕਰਦੇ ਸਨ। ਉਹਨਾਂ ਦੀ ਪੁਕਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੁਣਿਆ ਤੇ ਸੁਣ ਕੇ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਬੈਠੇ ਆ ਇੱਥੇ ਆ ਕੇ ਸ਼ਹਾਦਤ ਦਾ ਜਾਮ ਪੀਤਾ ਮਹਾਰਾਜ ਨੇ, ਉਹਨਾਂ ਵਾਸਤੇ ਸ਼ਹਾਦਤ ਦਿੱਤੀ। ਇੱਕ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦਵਾਂ ਵੀ ਖਾਲਸਾ ਜਿਹੜਾ ਗੁਰੂ ਮਹਾਰਾਜ ਨੇ ਸਾਜਿਆ ਇਹ ਹਮੇਸ਼ਾ ਵਾਸਤੇ ਕਹਿਣ ਲੱਗੇ ਮਜ਼ਲੂਮਾਂ ਦੀ ਰਾਖੀ ਕਰਦਾ। ਅਸੀਂ ਸਿੱਖ ਹਾਂ, ਸਾਡੇ ਵਿੱਚ ਗੁਰੂ ਮਹਾਰਾਜ ਨੇ ਉਹ ਗੁਣ ਪਾਇਆ ਵੀ ਜਦੋਂ ਕਿਸੇ ਉੱਤੇ ਜ਼ੁਲਮ ਹੋਵੇ, ਜਦੋਂ ਕਿਸੇ ਨੂੰ ਲਤਾੜਿਆ ਜਾਵੇ, ਜਦੋਂ ਕਿਸੇ ਨੂੰ ਮਾਰਿਆ ਜਾਵੇ, ਕਹਿਣ ਲੱਗੇ ਮੇਰਾ ਖਾਲਸਾ ਕਹਿਣ ਲੱਗੇ ਹਾਕਮ ਵੱਲ ਨਹੀਂ ਹੋਵੇਗਾ, ਜਿਹਦੇ ਉੱਤੇ ਜ਼ੁਲਮ ਹੋ ਰਿਹਾ, ਜਿਹਦੇ ਉੱਤੇ ਤਸ਼ੱਦਦ ਹੋ ਰਿਹਾ, ਕਹਿਣ ਲੱਗੇ ਉਹਦੇ ਵੱਲ ਖਲੋਵੇਗਾ। ਇਹ ਮਹਾਰਾਜ ਨੇ ਸਾਨੂੰ ਗੁਣ ਦਿੱਤੇ ਆ। 10ਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ, ਕਿਹਦੇ ਵਾਸਤੇ ਲੜੀਆਂ? ਕਹਿਣ ਲੱਗੇ ਕੀ ਮਾੜਿਆਂ ਉੱਤੇ ਮਹਾਰਾਜ ਨੇ ਅਤਿਆਚਾਰ ਕੀਤਾ? ਕਹਿਣ ਲੱਗੇ ਨਹੀਂ, ਜਦੋਂ ਕਿਸੇ ਗਰੀਬ ਨੂੰ ਦਬਾਇਆ ਗਿਆ, ਜਦੋਂ ਕਿਸੇ ਮਜ਼ਲੂਮ ਨੂੰ ਕੁਚਲਿਆ ਗਿਆ, ਮਹਾਰਾਜ ਨੇ ਉਹਦੇ ਵਾਸਤੇ ਮਹਾਰਾਜ ਨੇ ਜੰਗਾਂ ਲੜੀਆਂ, ਉਹਦੀ ਆਵਾਜ਼ ਨੂੰ ਬੁਲੰਦ ਕੀਤਾ। ਤੇ ਅੱਜ ਦਾ ਜੋ ਸਮਾਂ ਹੈ ਇਹ ਸਮਾਂ ਵੀ ਕਹਿਣ ਲੱਗੇ ਬਹੁਤਾ ਚੰਗਾ ਨਹੀਂ ਹੈਗਾ। ਪਿੱਛੇ ਜੀ ਕਰਕੇ ਤੁਸੀਂ ਦੇਖਿਆ ਹੋਵੇਗਾ ਬਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਬਿਆਨ ਦਿੱਤਾ। ਉਹ ਕਿਉਂ ਦੇਣਾ ਪਿਆ ਉਹਨਾਂ ਨੂੰ? ਕਿਉਂਕਿ ਜਿਹੜੇ ਸਰਕਾਰਾਂ ਤੇ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਐ, ਉਹਨਾਂ ਨੇ ਕਹਿਣ ਲੱਗੇ ਪ੍ਰਚਾਰ ਇਹੋ ਜਿਹਾ ਸ਼ੁਰੂ ਕਰ ਦਿੱਤਾ ਜਿਹੜਾ ਕਹਿਣ ਲੱਗੇ ਖਾਲਸਾ ਕਦੀ ਸੋਚ ਵੀ ਨਹੀਂ ਸਕਦਾ। ਲੋਕੀ ਕਹਿਣ ਲੱਗੇ ਕਸ਼ਮੀਰ ਦੇ ਵਿੱਚ ਹੁਣ ਅਸੀਂ ਕੁੜੀਆਂ ਵਿਆਹ ਲਿਆਵਾਂਗੇ, ਇਹਦਾ ਅਰਥ ਕੀ ਬਣਦਾ? ਖਾਲਸੇ ਨੇ ਕਦੀ ਵੀ ਕਹਿਣ ਲੱਗੇ ਐ ਜ਼ੁਲਮ ਨਹੀਂ ਸਿਆ, ਤੇ ਜਿਨ੍ਹਾਂ ਉੱਤੇ ਜ਼ੁਲਮ ਹੋਇਆ ਉਹਨਾਂ ਦੇ ਵਾਲੀ ਖਾਲਸਾ ਹਮੇਸ਼ਾ ਵਾਸਤੇ ਗਿਆ, ਉਹਨਾਂ ਦੀ ਪਿੱਠ ਦੇ ਪਿੱਛੇ ਖਲੋਤਾ। ਤੇ ਸਿੰਘ ਸਾਹਿਬ ਨੇ ਇਹ ਬਿਆਨ ਦਿੱਤਾ ਬਈ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਆ ਗਰੇਜ ਕਰਨ, ਉਹ ਕਸ਼ਮੀਰ ਦੀਆਂ ਬੇਟੀਆਂ ਸਾਡੀਆਂ ਧੀਆਂ ਤੇ ਅਸੀਂ ਉਹਨਾਂ ਵੱਲ ਖਲੋਤੇ ਆ। ਜਿਤਨਾ ਚਿਰ ਖਾਲਸਾ ਹੈ ਉਤਨਾ ਚਿਰ ਕਿਸੇ ਦੀ ਹਿੰਮਤ ਨਹੀਂ ਹੈ ਬਈ ਕਿਸੇ ਦੀ ਧੀ ਭੈਣ ਨੂੰ ਕੋਈ ਕਹਿਣ ਲੱਗੇ ਮਾੜੀ ਅੱਖ ਨਾਲ ਵੀ ਕੋਈ ਵੇਖ ਜਾਵੇ, ਕਿ ਅਸੀਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਆਬਰੂਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ। ਖਾਲਸੇ ਨੂੰ ਮਾਣ ਹੈ। ਦੁਨੀਆ ਭਾਵੇਂ ਜੋ ਮਰਜ਼ੀ ਕਰੇ, ਦਿੱਲੀ ਵਿੱਚ ਤੁਸੀਂ ਵੇਖਿਆ ਸਾਡੇ ਨਾਲ ਕੀ ਕੁਛ ਹੋਇਆ, ਸਾਡੀਆਂ ਧੀਆਂ ਦੀ ਬੇਪਤੀ ਹੋਈ, ਪਰ ਕਹਿਣ ਲੱਗੇ ਅਸੀਂ ਕਦੀ ਮਨ ਦੇ ਵਿੱਚ ਨਹੀਂ, ਇਹ ਮਨ ਦੇ ਵਿੱਚ ਵਿਚਾਰ ਤੱਕ ਨਹੀਂ ਲੈ ਕੇ ਆਏ ਬਈ ਅਸੀਂ ਵੀ ਉਹਨਾਂ ਨਾਲ ਉਹੀ ਸਲੂਕ ਕਰੀਏ। ਜੇ ਸਾਡਾ ਰਾਜ ਆਇਆ ਤੇ ਅਸੀਂ ਕਦੀ ਨਹੀਂ ਸੋਚਿਆ ਕਹਿਣ ਲੱਗੇ ਅਸੀਂ ਮਾੜਿਆਂ ਨੂੰ ਦਬਾ ਦਈਏ, ਅਸੀਂ ਲੋਕਾਂ ਉੱਤੇ ਜ਼ੁਲਮ ਕਰੀਏ। ਕਹਿਣ ਲੱਗੇ ਇਹੋ ਜਿਹਾ ਰਾਜ ਅੱਜ ਤੱਕ ਨਹੀਂ ਆਇਆ। ਮਹਾਰਾਜੇ ਰਣਜੀਤ ਸਿੰਘ ਦਾ ਪੁੱਤਰ ਸੀ ਮਹਾਰਾਜਾ ਸ਼ੇਰ ਸਿੰਘ, ਜਿੰਨਾ ਚਿਰ ਕਹਿਣ ਲੱਗੇ ਰਾਜ ਦੇ ਵਿੱਚ ਰਿਹਾ, ਉਹ ਕਹਿੰਦਾ ਮੈਂ ਵੇਖਣਾ ਚਾਹੁੰਦਾ ਮੇਰਾ ਰਾਜ ਕਿਹੋ ਜਿਹਾ। ਉਹਨੇ ਜਿਤਨੇ ਵੀ ਬਾਜ਼ਾਰ ਸਨ ਉਹਨਾਂ ਬਾਜ਼ਾਰਾਂ ਵਾਲਿਆਂ ਨੂੰ ਇੱਕ ਹੁਕਮ ਕੀਤਾ, ਕਹਿਣ ਲੱਗੇ ਰਾਤ ਦੇ ਸਮੇਂ ਕਿਸੇ ਨੇ ਜੰਦਰਾ ਨਹੀਂ ਮਾਰਨਾ, ਕੋਈ ਵੀ ਜੰਦਰਾ ਨਾ ਮਾਰੇ, ਜਿੱਦਾਂ ਤੁਹਾਡਾ ਸਮਾਨ ਬਾਜ਼ਾਰਾਂ ਦਿਨ ਦੇ ਵਿੱਚ ਪਿਆ ਕਹਿਣ ਲੱਗੇ ਉਦਾਂ ਹੀ ਰੱਖਿਓ, ਮੈਂ ਵੇਖਣਾ ਚਾਹੁੰਦਾ ਮੇਰਾ ਰਾਜ ਕਿਹੋ ਜਿਹਾ। ਤੇ ਇਤਿਹਾਸ ਕਹਿੰਦਾ ਵੀ ਜਿਹੜੇ ਦੁਕਾਨਦਾਰ ਆ ਉਹ ਆਪਣਾ ਸਮਾਨ ਉਦਾਂ ਹੀ ਛੱਡ ਜਾਂਦੇ, ਤੇ ਨਾਲ ਦੀ ਨਾਲ ਮਹਾਰਾਜਾ ਸ਼ੇਰ ਸਿੰਘ ਕਹਿਣ ਲੱਗੇ ਜੇ ਕਿਸੇ ਦੀ ਚੋਰੀ ਹੁੰਦੀ ਆ ਤੇ ਮੇਰੇ ਕੋਲ ਆਇਓ, ਮੈਂ ਉਹਦੀ ਭਰਪਾਈ ਕਰੂੰਗਾ, ਮੈਂ ਉਦੋਂ ਮੁੱਲ ਦੇਵਾਂਗਾ ਉਹਦਾ। ਇਹ ਮਹਾਰਾਜਾ ਸ਼ੇਰ ਸਿੰਘ ਨੇ ਬਚਨ ਕੀਤੇ, ਤੇ ਕਹਿਣ ਲੱਗੇ ਉਹਨਾਂ ਦੇ ਬਚਨ ਵੇਖੋ, ਉਹਨਾਂ ਦਾ ਰਾਜ ਵੇਖੋ। ਕਹਿਣ ਲੱਗੇ ਉਹਨਾਂ ਦੇ ਰਾਜ ਵਿੱਚ ਚੋਰੀ ਕੋਈ ਨਹੀਂ ਹੋਈ।
ਖਾਲਸਾ ਹਮੇਸ਼ਾ ਇਹੋ ਜਿਹਾ ਰਾਜ ਕਰਦਾ। ਪਰ ਜਿਹੜੇ ਮਾੜੇ ਹੁਕਮਰਾਨ ਹੈ, ਕਹਿਣ ਲੱਗੇ ਉਹ ਮਾਰਦੇ ਆ, ਲਤਾੜਦੇ ਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਾਰੈ ਮਹੀਪਤ ਜੀਓ ਕੈਸੇ ਕਹਿ ਬਚਾਈ ਹੈ। ਜੇ ਰਾਜਾ ਹੀ ਮਾਰਨ ਵਾਲਾ ਬਣ ਜਾਵੇ, ਕਹਿਣ ਲੱਗੇ ਸਜਣਾ ਤੈਨੂੰ ਕੋਈ ਬਚਾ ਨਹੀਂ ਸਕਦਾ। ਫਿਰ ਅੰਤ ਦੇ ਵਿੱਚ ਕੀ ਕਿਹਾ, ਕਹਿਣ ਲੱਗੇ ਮਾਇਆ ਡਰ ਡਰਪਤ ਹਾਰ ਹਰ ਦੁਆਰ ਜਾਵੇ। ਕਹਿਣ ਲੱਗੇ ਜਿਹੜਾ ਸਿੱਖ ਹੈ ਨਾ, ਜਿਹੜਾ ਭਗਤ ਹੈ, ਜਿਹੜਾ ਜਗਿਆਸੂ ਹੈ, ਉਹ ਗੁਰੂ ਦੇ ਦੁਆਰੇ ਤੇ ਹਾਰ ਕੇ ਜਾਂਦਾ। ਕਾਹਦੇ ਤੋਂ? ਕਿ ਕਿਤਲੇ ਜਿਹੜੀ ਮਾਇਆ ਆ, ਇਹਦਾ ਰੰਗ ਕਿਤਲੇ ਮੇਰੇ ਉੱਤੇ ਨਾ ਚੜ ਜਾਵੇ, ਇਹ ਕਿਤਲੇ ਮੈਨੂੰ ਖੱਜਲ ਖਰਾਬ ਨਾ ਕਰੇ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਾਹਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਐ। ਜੇ ਗੁਰੂ ਘਰ ਦੇ ਵਿੱਚ ਗਿਆ ਤੇ ਗੁਰੂ ਘਰ ਦੇ ਵਿੱਚ ਜਾ ਕੇ ਵੀ ਕਹਿਣ ਲੱਗੇ ਮਾਇਆ ਤੈਨੂੰ ਵਿਆਪਦੀ ਰਹੀ ਨਾ, ਕਹਿਣ ਲੱਗੇ ਫਿਰ ਵੇਖ ਸਜਣਾ ਤੂੰ ਕਿੱਥੇ ਖਲੋਤਾ। ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਤੇਰੀ ਅੱਖ ਮੈਲੀ ਹੋ ਗਈ ਨਾ, ਤੇਰੇ ਦਿਲ ਦਾ ਫੁਰਨਾ ਮਾੜਾ ਬਣ ਗਿਆ, ਤੇਰੇ ਦਿਲ ਦੇ ਵਿੱਚ ਵਕਾਰ ਆ ਗਏ, ਤੇਰੀ ਸੋਚਣੀ ਮਾੜੀ ਹੋ ਗਈ, ਤੇਰੀ ਨਿਗਾਹ ਮਾੜੀ ਹੋ ਗਈ, ਫਿਰ ਵੇਖ ਤੂੰ ਕਿੱਥੇ ਖਲੋਤਾ। ਕਹਿਣ ਲੱਗੇ ਫਿਰ ਤੇਰੀ ਕੋਈ ਢੋਈ ਨਹੀਂ, ਤੈਨੂੰ ਬਚਾਉਣ ਵਾਲਾ ਨਹੀਂ ਕੋਈ ਦੁਨੀਆ ਦੇ ਉੱਤੇ। ਕਹਿਣ ਲੱਗੇ ਇੱਥੇ ਮਾਇਆ, ਜਿੱਥੇ ਰੱਬ ਹੈ ਉੱਥੇ ਕਹਿਣ ਲੱਗੇ ਮਾਇਆ ਨਹੀਂ। ਹੁਣ ਰੱਬ ਦੇ ਘਰ ਦੇ ਵਿੱਚ ਆਇਆ, ਪਰ ਜੇਕਰ ਕਿ ਇੱਥੇ ਵੀ ਮਾਇਆ ਦੀ ਲਪੇਟ ਵਿੱਚ ਆ ਗਏ। ਇੱਕ ਕਬੀਰ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ। ਹਾਟ ਸ਼ਬਦ ਵਰਤਿਆ। ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ ਨਾ, ਦੁਕਾਨਦਾਰ ਆਪਣੀ ਦੁਕਾਨ ਨੂੰ ਬੜਾ ਸਜਾ ਕੇ ਰੱਖਦਾ। ਉਹ ਏਦਾਂ ਦੀ ਦੁਕਾਨ ਸਜਾਉਂਦਾ ਵੀ ਜਿਹੜਾ ਕੋਈ ਬਾਹਰੋਂ ਗਾਹਕ ਆਵੇ, ਮੇਰੀ ਸਜਾਵਟ ਨੂੰ ਵੇਖ ਕੇ ਇੱਕ ਵਾਰ ਮੇਰੀ ਦੁਕਾਨ ਵਿੱਚ ਜ਼ਰੂਰ ਆਵੇ, ਇੰਨੀ ਸਜਾਵਟ ਕਰਦਾ। ਜਦੋਂ ਆਪਾਂ ਉੱਥੇ ਕੋਈ ਸਮਾਨ ਲੈਣ ਜਾਂਦੇ ਆ ਤੇ ਦੁਕਾਨਦਾਰ ਕੀ ਕਰਦਾ, ਅਸੀਂ ਉਹ ਸਾਨੂੰ ਚੀਜ਼ਾਂ ਵਿਖਾਉਂਦਾ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਵੇਖਦੇ ਆ, ਜਿਹੜੀ ਪਸੰਦ ਰਹੀ ਉਹਨੂੰ ਚੱਕ ਚੱਕ ਕੇ ਪਰਾਂ ਮਾਰਦੇ। ਪਰ ਦੁਕਾਨਦਾਰ ਨੇ ਕਦੀ ਗੁੱਸਾ ਕੀਤਾ? ਕਹਿਣ ਲੱਗੇ ਨਹੀਂ ਕਰਦਾ, ਕਿਉਂਕਿ ਉਹਨੇ ਹਾਟ ਲਾਈ, ਉਹਨੇ ਹੱਟ ਲਾਈ ਆ। ਘਰ ਦੇ ਵਿੱਚ ਤੁਸੀਂ ਇੱਕ ਸਮਾਨ ਦੂਜੇ ਪਾਸੇ ਸੁੱਟ ਕੇ ਵੇਖੋ, ਕਹਿਣ ਲੱਗੇ ਉਸੇ ਸਮੇਂ ਲੜਾਈ ਹੋ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਇਆ ਚੋਰਟੀ। ਕਹਿਣ ਲੱਗੇ ਇਹ ਮਾਇਆ ਤੂੰ ਬੜੀ ਚਰੋਟੀ ਹੈ, ਤੂੰ ਬੜੀ ਮੋਮੋ ਠਗਣੀ ਹੈ, ਮੁਸ ਮੁਸ ਲਾਵੈ ਹਾਟ। ਕਹਿਣ ਲੱਗੇ ਤੂੰ ਬੜੀਆਂ ਤਰੀਕਿਆਂ ਦੇ ਨਾਲ, ਬੜੀ ਸੋਹਣੇ ਤਰੀਕੇ ਨਾਲ ਇਹ ਹੱਟੀ ਲਾਈ ਹੋਈ ਆ ਆਪਣੇ। ਪਰ ਕਹਿਣ ਲੱਗੇ ਹਾਂ ਇੱਕ ਗੱਲ ਹੈ, ਏਕ ਕਬੀਰਾ ਨਾਮੁਸੈ ਜਿਨ ਕੀਨੀ 12 ਬਾਟ। ਪਰ ਕਹਿਣ ਲੱਗੇ ਇਹ ਕਬੀਰ ਤੇਰੀ ਹੱਟੀ ਤੋਂ, ਤੇਰੀ ਇਸ ਦੁਕਾਨਦਾਰੀ ਤੋਂ, ਤੇਰੀ ਇਸ ਮੋਮੋ ਠਗਣੀ ਤੋਂ ਕਹਿਣ ਲੱਗੇ ਕਦੀ ਵੀ ਇਸ ਚੀਜ਼ ਵਿੱਚ ਫਸੇਗਾ ਨਹੀਂ। ਕਿਉਂਕਿ ਮੈਂ ਕੀ ਕੀਤਾ? ਕਹਿਣ ਲੱਗੇ ਮੈਂ 12 ਬਾਟ ਇਹਦੇ 12 ਟੁਕੜੇ ਕਰ ਦਿੱਤੇ ਐ। ਕਈਆਂ ਨੇ ਅਰਥ ਇੱਥੋਂ ਤੱਕ ਕੀਤੇ, ਕਬੀਰ ਸਾਹਿਬ ਜੀ ਕਹਿੰਦੇ ਮੈਂ ਇਸ ਮਾਇਆ ਨੂੰ 12 ਪਤਨ ਦੂਰ ਵਗਾ ਦਿੱਤਾ। ਤੇ ਆ ਜਦੋਂ ਇਹੋ ਜਿਹੀਆਂ ਗੱਲਾਂ ਭਗਤ ਕਬੀਰ ਸਾਹਿਬ ਜੀ ਕਰਦੇ ਆ, ਮੇਰੇ ਮਨ ਚ ਆਇਆ ਕਿਤੇ ਕਬੀਰ ਸਾਹਿਬ ਇਹ ਮਾਣ ਵਾਲੀ ਗੱਲ ਤੇ ਨਹੀਂ? ਕਿਉਂਕਿ ਮਾਣ ਵੀ ਕਈ ਵਾਰ ਆਉਂਦਾ, ਮੈਂ ਪਰਾਂ ਕਰ ਦਿੱਤਾ ਇਸ ਗੱਲ ਨੂੰ, ਕਈ ਵਾਰ ਮਾਣ ਆ ਜਾਂਦਾ। ਪਰ ਜਦੋਂ ਕਬੀਰ ਸਾਹਿਬ ਜੀ ਕਹਿੰਦੇ, ਕਹਿਣ ਲੱਗੇ ਕਬੀਰ ਆਈ ਮੁਝੈ ਪੈ ਅਣਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿਣ ਲੱਗੇ ਜਦੋਂ ਮੇਰੇ ਕੋਲੇ ਮਾਇਆ ਆਈ ਨਾ, ਅਨੇਕਾਂ ਲਿਬਾਸਾਂ ਦੇ ਵਿੱਚ ਆਈ, ਬੜੇ ਭੇਸਾਂ ਨੂੰ ਧਾਰਨ ਕਰਕੇ ਆਈ, ਪਰ ਕਹਿਣ ਲੱਗੇ ਸਾਨੂੰ ਮੇਰੇ ਗੁਰੂ ਨੇ ਰੱਖ ਲਿਆ, ਸਾਡੇ ਗੁਰੂ ਨੇ ਸਾਡੀ ਬੜੀ ਪੈਜ ਰੱਖੀ ਤੇ ਮਾਇਆ ਨੂੰ ਆਦੇਸ਼ ਕਰ ਦਿੱਤਾ ਬਈ ਤੂੰ ਅੱਜ ਤੋਂ ਬਾਅਦ ਭਗਤ ਕਬੀਰ ਸਾਹਿਬ ਜੀ ਦੇ ਕੋਲ ਨਹੀਂ ਜਾਣਾ। ਇਸ ਕਰਕੇ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਕਹਿੰਦੇ ਬਈ ਮੈਂ ਇਸ ਜਿਹੜੀ ਚਰੋਟੀ ਮਾਇਆ ਇਹਦੇ 12 ਟੁਕੜੇ ਕਰ ਦਿੱਤੇ, ਕਿਉਂਕਿ ਇਹ ਕਿਰਪਾ ਸਾਨੂੰ ਗੁਰੂ ਨੇ ਦਿੱਤੀ। ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ
ਕਹਿਣ ਲੱਗੇ ਇੱਕ ਬੀਬੀ ਬੜੇ ਸੁੰਦਰ ਕੱਪੜੇ ਪਾ ਕੇ ਕਹਿਣ ਲੱਗੇ ਚਰਨ ਘੁੱਟਦੀ ਪਈ ਤੇ ਕਹਿਣ ਲੱਗੇ ਉਹ ਸਮੇਂ ਆ ਮਹਾਰਾਜ ਦੀ ਸੇਵਾ ਦੇ ਵਿੱਚ ਬਾਬਾ ਲਹਿਣਾ ਜੀ। ਬਾਬਾ ਲਹਿਣਾ ਜੀ ਜਦੋਂ ਮਹਾਰਾਜ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਉਹ ਬੀਬੀ ਜਿਹੜੀ ਸੀ ਉਹ ਉੱਠ ਕੇ ਬਾਹਰ ਨੂੰ ਚਲੀ ਗਈ, ਹੱਥ ਜੋੜੇ, ਮਹਾਰਾਜ ਜੀ ਇਹ ਬੀਬੀ ਕੌਣ ਹੈ, ਆਪ ਜੀ ਕੋਲ ਕਿਉਂ ਆਈ ਸੀ? ਤੇ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਕਹਿਣ ਲੱਗੇ ਲੈਣਿਆ ਤੈਨੂੰ ਦਿਸ ਗਈ ਹੈ? ਕਹਿਣ ਲੱਗੇ ਹਾਂਜੀ ਦਿਸ ਗਈ ਹੈ। ਮਹਾਰਾਜ ਜੀ ਉਸ ਸਮੇਂ ਬਚਨ ਕੀਤਾ, ਮਹਾਰਾਜ ਨੇ ਕਹਿੰਦੇ ਇਹ ਭਾਈ ਲਹਿਣਾ ਜੀ ਇਹ ਮਾਇਆ ਸੀ, ਇਹ ਤਰਲੇ ਪਾਉਂਦੀ ਸੀ ਸਾਡੇ ਬਈ ਸਾਨੂੰ ਆਪਣੇ ਕੋਲ ਲੈ ਲਓ, ਸਾਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਓ। ਤੇ ਬਾਬਾ ਜੀ ਲਹਿਣਾ ਜੀ ਫਰਮਾਉਣ ਲੱਗੇ ਮਹਾਰਾਜ ਜੀ ਕੀ ਤੁਸੀਂ ਉਸ ਦੀ ਬੇਨਤੀ ਨੂੰ ਕਬੂਲ ਕਰ ਲਿਆ? ਕਹਿਣ ਲੱਗੇ ਹਜੇ ਨਹੀਂ ਕਬੂਲ ਕੀਤਾ, ਹਜੇ ਇਸ ਨੂੰ ਕਿਹਾ ਬਈ ਤੂੰ ਇੰਤਜ਼ਾਰ ਕਰ, ਗੁਰੂ ਘਰ ਦੇ ਵਿੱਚ ਤੈਨੂੰ ਚੌਥੇ ਜਾਮੇ ਵਿੱਚ ਕਬੂਲ ਕਰਾਂਗੇ। ਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ 4 ਦਰਵਾਜ਼ੇ ਐ ਤੇ ਅੱਜ ਵੀ ਵੇਖ ਲਓ ਉਹਨਾਂ 4 ਦਰਵਾਜ਼ਿਆਂ ਦੇ ਵਿੱਚੋਂ ਕਹਿਣ ਲੱਗੇ ਮਾਇਆ ਦੇਖੋ ਕਿਦਾਂ ਪੰਡਾਂ ਦੀਆਂ ਪੰਡਾਂ ਆਉਂਦੀਆਂ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਅੱਗੇ ਖਲੋਤੀ ਰਹਿੰਦੀ ਸੀ, ਪਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਨੀ ਲੈਂਦੇ ਸਨ ਜਿੰਨੀ ਜ਼ਰੂਰਤ ਹੋਵੇ। ਕਹਿਣ ਲੱਗੇ ਰਸਤਾਂ ਬਸਤਾਂ ਦੇ ਗੱਡੇ ਭਰੇ ਹੋਏ ਐ, ਪਰ ਕਦੀ ਮਹਾਰਾਜ ਨੇ ਨਹੀਂ ਕਿਹਾ ਬਈ ਸਾਰਾ ਇੱਥੇ ਰੱਖ ਦੋ। ਕਹਿਣ ਲੱਗੇ ਜਿੰਨੀ ਜ਼ਰੂਰਤ ਸੀ ਸੇਵਾਦਾਰਾਂ ਪਾਸੋਂ, ਸੇਵਾਦਾਰ ਉਤਨੀ ਰਸਤ ਲੈਂਦੇ, ਉਤਨੀ ਬਣਾ ਕੇ ਰਾਤ ਨੂੰ ਕਹਿਣ ਲੱਗੇ ਭਾਂਡੇ ਮੂਧੇ ਮਾਰ ਦਿੱਤੇ ਜਾਂਦੇ ਸੀ। ਮਹਾਰਾਜ ਜੀ ਨੇ ਇਹ ਮਾਇਆ ਨੂੰ ਕਦੇ ਵੀ ਕਹਿਣ ਲੱਗੇ ਹਾਵੀ ਨਹੀਂ ਹੋਣ ਦਿੱਤਾ, ਆਪਣੇ ਸਿੱਖਾਂ ਨੂੰ ਵੀ ਕਹਿਣ ਲੱਗੇ। ਇਸ ਕਰਕੇ ਕਿਹਾ ਬਈ ਕਦੀ ਵੀ ਸਾਡੇ ਜਿਹੜੇ ਸਿੱਖ ਹੈ ਉਸ ਮਾਇਆ ਦੀ ਲਪੇਟ ਵਿੱਚ ਨਾ ਆ ਜਾਣ। ਇੱਥੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਫਰਮਾ ਰਹੇ ਆ ਮਾਇਆ ਮਨਾਉਣਾ ਵਿਸਰੈ। ਇਹ ਜਿਹੜੀ ਮਾਇਆ ਇਹ ਕਹਿਣ ਲੱਗੇ ਮਨ ਦੇ ਵਿੱਚੋਂ ਕਦੀ ਵਿਸਰਦੀ ਨਹੀਂ ਹੈ। ਜਿਨ੍ਹਾਂ ਦੀ ਖਿੱਚ ਬਣੀ ਹੁੰਦੀ ਆ ਉਹ ਰਾਤ ਨੂੰ ਵੀ ਕਹਿਣ ਲੱਗੇ ਇਹੋ ਜਿਹੇ ਸੁਪਨੇ ਵੇਖਦੇ ਰਹਿੰਦੇ ਆ ਕਦੋਂ ਸਾਡੇ ਦਿਨ ਆਉਣਗੇ, ਕਦੋਂ ਸਾਡੀਆਂ ਜੇਬਾਂ ਭਰਨਗੀਆਂ। ਮੰਗ ਹੈ ਦਮਾ ਦਮ, ਇਹ ਸੰਸਾਰਕ ਜੀਵਾਂ ਦੀ ਹਾਲਤ ਮਹਾਰਾਜ ਨੇ ਦਰਸਾਈ ਆ। ਇੱਕ ਇੱਕ ਦਮ ਦੇ ਨਾਲ, ਇੱਕ ਇੱਕ ਸਵਾਸ ਦੇ ਨਾਲ ਕਹਿਣ ਲੱਗੇ ਦੁਨੀਆ ਦੇ ਲੋਕ ਇਸ ਮਾਇਆ ਦੀ ਕਹਿਣ ਲੱਗੇ ਮੰਗ ਕਰਦੇ ਆ। ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਕਹਿਣ ਲੱਗੇ ਇਹਦੇ ਕਰਮ ਚੰਗੇ ਨਹੀਂ। ਕਿਉਂ ਇਹ ਬਚਨ ਕੀਤਾ? ਇਸ ਲਈ ਮਹਾਰਾਜ ਨੇ ਬਚਨ ਕੀਤਾ ਸੋ ਪ੍ਰਭ ਚੇਤਨਾ ਆਵਈ, ਇਹਨੂੰ ਰੱਬ ਚੇਤੇ ਦੇ ਵਿੱਚ ਨਹੀਂ ਹੈ, ਇਹਦੀ ਯਾਦਾਸ਼ਤ ਦੇ ਵਿੱਚ ਰੱਬ ਨਹੀਂ ਹੈ, ਇਹਦੇ ਚਿੰਤਨ ਦੇ ਵਿੱਚ ਪਰਮਾਤਮਾ ਨਹੀਂ ਹੈ। ਇਸ ਕਰਕੇ ਇਸ ਬੰਦੇ ਦੇ ਕਰਮ ਬਹੁਤ ਮਾੜੇ ਆ, ਬੜੇ ਖੋਟੇ ਕਰਮ ਹੈ ਇਹਦੇ। ਜਿਹੜਾ ਰੱਬ ਨੂੰ ਚਿੰਤਨ ਨਹੀਂ ਕਰਦਾ, ਜਿਹੜਾ ਰੱਬ ਦਾ ਸਿਮਰਨ ਨਹੀਂ ਕਰਦਾ। ਬਾਣੀ ਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਆ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ, ਸਭੋ ਭੱਜੋ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਮਹਾਰਾਜ ਜੀ ਕਹਿੰਦੇ ਜੇ ਤੇਰੇ ਉੱਤੇ ਕੋਈ ਮੁਸ਼ਕਲ ਬਣ ਜਾਵੇ, ਤੇਰੇ ਉੱਤੇ ਕੋਈ ਔਖੀ ਘੜੀ ਆ ਜਾਵੇ ਤੇ ਫਿਰ ਕੀ ਕਰੀਂ? ਫਿਰ ਬੰਦਾ ਕੀ ਕਰਦਾ? ਕਹਿਣ ਲੱਗੇ ਪਹਿਲਾਂ ਆਪਣੇ ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰਾਂ, ਦੋਸਤਾਂ ਦੇ ਕੋਲ ਜਾਂਦਾ, ਮੈਨੂੰ ਮੇਰੀ ਹੈਲਪ ਕਰੋ, ਮੇਰੀ ਮਦਦ ਕਰੋ। ਕਿਉਂ? ਕਹਿਣ ਲੱਗੇ ਮੇਰੇ ਉੱਤੇ ਭੀੜ ਬਣ ਗਈ ਹੈ, ਮੇਰੇ ਉੱਤੇ ਮੇਰੇ ਵੈਰੀ ਚੜ ਕੇ ਆ ਗਏ ਆ, ਮੈਨੂੰ ਬਚਾਓ। ਲਾਗੂ ਹੋਏ ਦੁਸ਼ਮਣਾ ਸਾਕ ਤੇ ਭੱਜ ਖਲੇ। ਤੇ ਮਹਾਰਾਜ ਦੀ ਬਾਣੀ ਫਰਮਾਉਂਦੀ ਹੈ ਉਸ ਵੇਲੇ ਕੀ ਲੋਕ ਸਹਾਇਤਾ ਕਰਦੇ ਆ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਜਿਹੜੇ ਮਿੱਤਰ ਸਨ, ਸਾਕ ਸੰਬੰਧੀ ਸਨ, ਉਹ ਕਹਿਣ ਲੱਗੇ ਭੱਜ ਜਾਂਦੇ। ਦੁਨੀਆ ਦਾ ਵਿਵਹਾਰ ਹੈ ਜੀ, ਦੁਨੀਆ ਸੁੱਖ ਦੇ ਵਿੱਚ ਤਾਂ ਬਹੁਤ ਆਉਂਦੀ ਹੈ, ਪਰ ਜਦੋਂ ਬੰਦੇ ਉੱਤੇ ਦੁੱਖ ਆਉਂਦਾ ਕਹਿਣ ਲੱਗੇ ਸਾਥ ਛੱਡ ਜਾਂਦੇ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ।
ਕਹਿਣ ਲੱਗੇ ਜਦੋਂ ਸਾਰੇ ਆਸਰੇ ਟੁੱਟ ਜਾਣ, ਸਾਰੀ ਦੁਨੀਆ ਤੋਂ ਤੇਰੀ ਕਹਿਣ ਲੱਗੇ ਤੇਰਾ ਕੋਈ ਬਾਹ ਨਾ ਫੜੇ, ਤੇਰਾ ਕੋਈ ਪੱਲਾ ਨਾ ਫੜੇ, ਤੇ ਫਿਰ ਰੱਬ ਵੱਲ ਜਾਂਦੇ ਆ। ਉਦੋਂ ਪਹਿਲਾਂ ਨਹੀਂ। ਜਦੋਂ ਦੁਨੀਆ ਦੇ ਲੋਕ ਦੁਨੀਆ ਤੋਂ ਤੰਗ ਆ ਜਾਂਦੇ, ਉਤਨਾ ਚਿਰ ਰੱਬ ਦੀ ਯਾਦ ਨਹੀਂ ਜੇ ਆਉਂਦੀ ਜਿੰਨਾ ਚਿਰ ਲੋਕ ਨਾਲ ਹੈ। ਬੰਦੇ ਦੀ ਫਿਤਰਤ ਹੈ ਜੀ। ਬੰਦਾ ਸੋਚਦਾ ਵੀ ਨਹੀਂ ਮੇਰੇ ਫਲਾਣਾ ਮੇਰਾ ਮਿੱਤਰ ਹੈ, ਮੇਰੀ ਮਦਦ ਕਰ ਦੇਵੇਗਾ। ਜਦੋਂ ਪੂਰੀ ਦੁਨੀਆ ਤੋਂ ਨਿਰਾਸ਼ਤਾ ਬੰਦੇ ਦੇ ਪੱਲੇ ਪੈਂਦੀ ਹੈ, ਫਿਰ ਕਹਿਣ ਲੱਗਾ ਐ ਪਰਮਾਤਮਾ, ਐ ਖੁਦਾ, ਹੁਣ ਤੇਰੇ ਚਰਨਾਂ ਦੇ ਵਿੱਚ, ਤੂੰ ਬਚਾ ਲੈ, ਤੂੰ ਰਾਖੀ ਕਰ ਲੈ ਮੇਰੀ, ਤੂੰ ਮਦਦ ਕਰ ਦੇ। ਫਿਰ ਜਦੋਂ ਦੁਨੀਆ ਤੋਂ ਨਿਰਾਸ਼ ਹੋ ਕੇ ਬੰਦਾ ਰੱਬ ਦੇ ਚਰਨਾਂ ਵਿੱਚ ਆਉਂਦਾ, ਚਿਤ ਆਵੈ ਤਿਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਪਰ ਜੇਕਰ ਕੀ ਫਿਰ ਵੀ ਚਿੰਤਨ ਆ ਗਿਆ ਨਾ, ਕਹਿਣ ਲੱਗੇ ਤੇਰੀ ਸੱਚੇ ਮਨੋਂ ਤੂੰ ਅਰਦਾਸ ਕੀਤੀ ਹੈ, ਤੂੰ ਬੇਨਤੀ ਕੀਤੀ ਹੈ, ਰੱਬ ਤੈਨੂੰ ਨਿਰਾਸ਼ਾ ਨਹੀਂ ਦੇਵੇਗਾ। ਤੈਨੂੰ ਕਦੀ ਵੀ ਕਹਿਣ ਲੱਗੇ ਕੱਲਿਆਂ ਨਹੀਂ ਛੱਡੇਗਾ, ਤੇਰੀ ਕਹਿਣ ਲੱਗੇ ਉੱਥੇ ਵੀ ਬਾਂਹ ਫੜੇਗਾ, ਕਿਉਂਕਿ ਉਹਦਾ ਬਿਰਧ ਬੜਾ ਦਿਆਲੂ ਹੈ, ਉਹਦਾ ਸੁਭਾਅ ਬੜਾ ਕਿਰਪਾਲੂ ਹੈ, ਉਹ ਦਿਆਲਤਾ ਦਾ ਘਰ ਹੈ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਬੰਦੇ ਰੱਬ ਨੂੰ ਯਾਦ ਨਹੀਂ ਕਰਦੇ, ਕਹਿਣ ਲੱਗੇ ਆ ਉਹਨਾਂ ਦੇ ਕਰਮ ਚੰਗੇ ਨਹੀਂ, ਖੋਟੇ ਕਰਮਾਂ ਵਾਲੇ ਆ। ਤੇ ਅਗਲਾ ਬਚਨ ਕੀ ਕੀਤਾ, ਕਹਿਣ ਲੱਗੇ ਤਿਚਰ ਮੂਲ ਨਾ ਥੁੜਿੰਦੋ, ਜਿਚਰ ਆਪ ਕਿਰਪਾਲ। ਕਹਿਣ ਲੱਗੇ ਆ ਉਹਨਾਂ ਚਿਰ ਤੇਰੇ ਤੋਂ ਕੋਈ ਵੀ ਚੀਜ਼ ਥੁੜਿੰਦੋ, ਕਹਿਣ ਲੱਗੇ ਮੁੱਕੇਗੀ ਨਹੀਂ, ਜੇਕਰ ਕਿ ਤੇਰੇ ਉੱਤੇ ਗੁਰੂ ਦਿਆਲੂ ਹੈ, ਜੇਕਰ ਕਿ ਗੁਰੂ ਤੇਰੇ ਉੱਤੇ ਕਿਰਪਾ ਰੱਖਦਾ। ਜੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਚੁੱਕਿਆ ਤੇ ਤੇਰੇ ਘਰ ਦੇ ਵਿੱਚ ਕੋਈ ਚੀਜ਼ ਖਤਮ ਨਹੀਂ ਹੋਵੇਗੀ। ਇਸ ਗੱਲ ਦਾ ਧਿਆਨ ਰੱਖੀ। ਤੇਰੇ ਘਰ ਦੇ ਵਿੱਚ ਕਦੀ ਟੋਟਾ ਨਹੀਂ ਆਵੇਗਾ। ਕਿਉਂ? ਕਿਉਂਕਿ ਤੈਨੂੰ ਮਹਾਰਾਜ ਜੀ ਨੇ ਕੀ ਦਿੱਤਾ, ਕਹਿਣ ਲੱਗੇ ਸ਼ਬਦ ਅਖੁੱਟ ਬਾਬਾ ਨਾਨਕਾ। ਤੈਨੂੰ ਗੁਰੂ ਮਹਾਰਾਜ ਨੇ ਸ਼ਬਦ ਦਿੱਤਾ ਹੈ, ਤੇ ਸ਼ਬਦ ਦੀ ਕਹਿਣ ਲੱਗੇ ਕਿਤਨੀ ਕੁ ਕਹਿਣ ਲੱਗੇ ਵਡਿਆਈ ਹੈ, ਕਹਿਣ ਲੱਗੇ ਅਖੁੱਟ ਹੈ, ਕਦੇ ਵੀ ਕਹਿਣ ਲੱਗੇ ਮੁੱਕੇਗਾ ਨਹੀਂ। ਤੂੰ ਪਰਮਾਤਮਾ ਦਾ ਚਿੰਤਨ ਕਰੀ ਜਾ, ਤੂੰ ਪਰਮਾਤਮਾ ਨੂੰ ਚੇਤੇ ਰੱਖੀ ਚੱਲ, ਕਹਿਣ ਲੱਗੇ ਕੋਈ ਵੀ ਚੀਜ਼ ਮੁੱਕੇਗੀ ਨਹੀਂ ਤੇਰੇ ਘਰ ਦੇ ਵਿੱਚ। ਮੁੱਕਦੀ ਉਦੋਂ ਹੈ, ਕਹਿਣ ਲੱਗੇ ਜਦੋਂ ਤੈਨੂੰ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈ, ਜਦੋਂ ਤੈਨੂੰ ਗੁਰੂ ਦੇ ਉੱਤੇ ਅਕੀਦਾ ਹੀ ਨਹੀਂ ਹੈ। ਖਤਮ ਉਦੋਂ ਹੋਵੇਗੀ। ਜਿਚਰ ਅਖੁੱਟ ਸ਼ਬਦ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਕਹਿਣ ਲੱਗੇ ਭਾਵੇਂ ਜਿੰਨਾ ਮਰਜ਼ੀ ਖਾਂਦਾ ਰਹਿ, ਜੋ ਮਰਜ਼ੀ ਕਰ, ਕਹਿਣ ਲੱਗੇ ਕਦੀ ਵੀ ਘਾਟਾ ਨਹੀਂ ਪਵੇਗਾ। ਇਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਕੁਝ ਬੇਨਤੀ ਕਰਨੀ ਹੈ। ਜਿਹੜੇ ਆਪ ਸਰਬੱਤ ਸੰਗੀ ਜਨੋ, ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪ ਜੀ ਬੈਠੇ ਹੋ, ਜੇ ਅੱਬਲ ਤੇ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਪ੍ਰਚਾਰ ਕੀਤਾ ਬਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 550 ਸਾਲਾ ਅਵਤਾਰ ਗੁਰਪੁਰਬ ਜਿਹੜਾ ਨਵੰਬਰ ਦੇ ਮਹੀਨੇ ਦੇ ਵਿੱਚ ਇਸ ਵਾਰੀ ਆ ਰਿਹਾ, ਉਸ ਦੇ ਸੰਬੰਧ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਨਾਨਕ ਪਿਆਊ ਸਾਹਿਬ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਸਮਾਗਮ ਰੱਖੇ ਆ। ਇਹ ਸਮਾਗਮ ਜੀ, ਇਹਨਾਂ ਸਮਾਗਮਾਂ ਦੇ ਵਿੱਚ ਤੁਹਾਨੂੰ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ, ਭਾਵ ਕਿ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਸ਼ੁੱਧ ਸੰਥਿਆ ਗੁਰਬਾਣੀ ਦੀ ਉਹ ਦਿੱਤੀ ਜਾਣੀ ਹੈ। ਇਹ ਵਿਸ਼ੇਸ਼ ਉਪਰਾਲੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਆ, ਕਿਉਂਕਿ ਆਪਾਂ ਦੁਨੀਆ ਦੇ ਵਿੱਚ ਬਹੁਤ ਕੁਝ ਕਰਦੇ ਹਾਂ। ਅਸੀਂ ਬੜੀਆਂ ਪੜ੍ਹਾਈਆਂ ਕੀਤੀਆਂ, ਬਹੁਤ ਕੋਰਸ ਅਸੀਂ ਕੀਤੇ ਆ, ਕਾਹਦੇ ਵਾਸਤੇ? ਕਾਮਯਾਬੀ ਹਾਸਲ ਕਰਨ ਵਾਸਤੇ। ਮੈਨੂੰ ਯਾਦ ਹੈ ਜਦੋਂ ਅੱਜ ਤੋਂ 3-4 ਸਾਲ ਪਹਿਲਾਂ ਦਮਦਮੀ ਟਕਸਾਲ ਵੱਲੋਂ ਪਟਿਆਲੇ ਦੇ ਵਿੱਚ ਗੁਰਬਾਣੀ ਪਾਠ ਬੋਧ ਸਮਾਗਮ ਕੀਤਾ ਗਿਆ, ਦਾਸ ਦੀ ਡਿਊਟੀ ਲਾਈ ਗਈ ਉੱਥੇ। ਮੈਨੂੰ
ਇਹੋ ਜਿਹੇ ਅਫਸਰ ਜਿਹੜੇ IPS ਸੀਗੇ, ਜਿਹੜੇ ਵੱਡੇ ਵੱਡੇ ਪੋਸਟਾਂ ਦੇ ਉੱਤੇ, ਬੈਂਕ ਦੀਆਂ ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਕਹਿਣ ਲੱਗੇ, ਬੈਠੇ ਹੋਏ ਸੀ ਉਸ ਵੇਲੇ, ਉਹਨਾਂ ਨੇ ਆ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲਿਆ। ਤੇ ਜਦੋਂ ਉਹਨਾਂ ਦੀ ਸੰਥਿਆ ਸੰਪੂਰਨ ਹੋਈ ਨਾ, ਤੇ ਕਈਆਂ ਦੇ ਨਾਲ ਮੇਰੇ ਵਿਚਾਰ ਹੋਏ। ਉਹ ਕਹਿਣ ਲੱਗੇ, ਬਾਬਾ ਜੀ ਦੁਨੀਆ ਦੇ ਵਿੱਚ ਬਹੁਤ ਕੁਝ ਪੜ੍ਹਿਆ, ਬਹੁਤ ਕੁਝ ਸਾਨੂੰ ਦੁਨੀਆ ਦੀ ਪੜ੍ਹਾਈ ਤੋਂ ਮਿਲਿਆ ਵੀ, ਅੱਜ ਤੱਕ ਉਸ ਨੂੰ ਖਾ ਰਹੇ ਆ, ਪਰ ਕਹਿਣ ਲੱਗੇ ਜਿਹੜੀ ਤੁਸੀਂ ਇਹ ਪੜ੍ਹਾਈ ਸਾਨੂੰ ਦੇ ਕੇ ਚੱਲੇ ਹੋ ਨਾ, ਕਹਿਣ ਲੱਗੇ ਉਹਦਾ ਮੁੱਲ ਕੋਈ ਨਹੀਂ ਜੇ। ਕਹਿਣ ਲੱਗੇ ਅੱਜ ਸਾਨੂੰ ਸੰਤੁਸ਼ਟੀ ਹੋ ਗਈ ਹੈ। ਇਹ ਹੈ ਤੁਸੀਂ ਦਿੱਤੀ ਹੈ ਸਾਨੂੰ ਬ੍ਰਹਮ ਵਿਦਿਆ, ਰੱਬ ਦੇ ਘਰ ਦੀ ਬਾਣੀ, ਉਹਦੀ ਸਹੀ ਸਿਖਲਾਈ, ਉਹਦਾ ਬੋਲਣ ਦਾ ਉਚਾਰਨ ਕੀ ਹੈ, ਉਹਦੀਆਂ ਲਗਾ ਮਾਤਰਾਵਾਂ ਨੂੰ ਕਿੱਦਾਂ ਬੋਲਿਆ ਜਾ ਸਕੇ, ਕਿੱਦਾਂ ਸਮਝਿਆ ਜਾ ਸਕੇ, ਇਹ ਤੁਸੀਂ ਸਾਨੂੰ ਬਹੁਤ ਹੀ ਬਖੂਬੀ ਦੱਸਿਆ। ਪਾਠ ਤੇ ਅਸੀਂ ਅੱਗੇ ਵੀ ਕਰਦੇ ਸੀ, ਸੁਖਮਣੀ ਅਸੀਂ ਪਹਿਲਾਂ ਵੀ ਪੜ੍ਹਦੇ ਸੀ, ਪਰ ਕਹਿਣ ਲੱਗੇ ਹੁਣ ਪਤਾ ਲੱਗਾ ਵੀ ਅਸੀਂ ਕੀ ਪੜ੍ਹਦੇ ਸੀ। ਗਿਆਤ ਸਾਨੂੰ ਹੁਣ ਹੀ ਹੋਇਆ। ਆਪਣੇ ਵੱਲੋਂ ਤੇ ਜੀ ਸਾਰੇ ਸ਼ੁੱਧ, ਆਪ ਕਹਿੰਦੇ ਆ ਮੇਰਾ ਉਚਾਰਨ ਬਹੁਤ ਸ਼ੁੱਧ ਹੈ, ਪਰ ਜਿਤਨਾ ਚਿਰ ਤੁਸੀਂ ਸਿਖਲਾਈ ਨਹੀਂ ਲਓਗੇ ਉਤਨਾ ਚਿਰ ਤੁਸੀਂ ਪੜ੍ਹ ਨਹੀਂ ਸਕਦੇ। ਸਕੂਲ ਦੇ ਵਿੱਚ ਅਧਿਆਪਕ ਜ਼ਰੂਰੀ ਹੈ, ਕਿਤਾਬਾਂ ਤੇ ਬਹੁਤ ਪਈਆਂ, ਤੇ ਕੀ ਉਹਨਾਂ ਕਿਤਾਬਾਂ ਦੇ ਨਾਲ ਤੁਹਾਡੀ ਪੜ੍ਹਾਈ ਹੋ ਸਕਦੀ ਹੈ? ਕਹਿਣ ਲੱਗੇ ਨਹੀਂ, ਜਿੰਨਾ ਚਿਰ ਤੁਹਾਡਾ ਅਧਿਆਪਕ ਤੁਹਾਨੂੰ ਨਹੀਂ ਪੜਾਉਂਦਾ ਉਤਨਾ ਚਿਰ ਤੁਸੀਂ ਨਹੀਂ ਪੜ੍ਹ ਸਕਦੇ, ਭਾਵੇਂ ਤੁਹਾਡੇ ਅੱਗੇ ਕਿਤਾਬਾਂ ਦਾ ਢੇਰ ਵੀ ਲਾ ਦਈਏ। ਇਸ ਲਈ ਗੁਰਬਾਣੀ ਦੀ ਸ਼ੁੱਧ ਸੰਥਿਆ, ਜਿਹੜਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਦੇ ਪ੍ਰਧਾਨ ਸਾਹਿਬਾਨ, ਜਿਤਨੇ ਵੀ ਮੈਂਬਰ ਸਾਹਿਬਾਨ ਹਨ, ਉਹਨਾਂ ਨੇ ਉਪਰਾਲਾ ਕੀਤਾ ਦਮਦਮੀ ਟਕਸਾਲ ਨੂੰ ਲੈ ਕੇ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬੇਨਤੀ ਕੀਤੀ, ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਆ ਰਿਹਾ, ਅਸੀਂ ਚਾਹੁੰਦੇ ਹਾਂ ਬਈ ਇਸ ਸੰਬੰਧ ਦੇ ਵਿੱਚ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਾਵੇ। ਮਹਾਂਪੁਰਖਾਂ ਨੇ ਉਹਨਾਂ ਦੇ ਇਸ ਹੁਕਮ ਨੂੰ ਪ੍ਰਵਾਨ ਕੀਤਾ, ਸਿਰ ਮੱਥੇ ਮੰਨਿਆ, ਅਤੇ 15 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਗੁਰਬਾਣੀ ਦੀ ਸੰਥਿਆ ਦਿੱਤੀ ਜਾਣੀ ਹੈ ਗੁਰਦੁਆਰਾ ਨਾਨਕ ਪਿਆਓ ਸਾਹਿਬ। ਸਮਾਂ ਜਿਹੜਾ ਉਹ 4 ਵਜੇ ਤੋਂ ਲੈ ਕੇ ਸ਼ਾਮ ਦਾ ਰਾਤ ਦੇ 9 ਵਜੇ ਤੱਕ ਰੱਖਿਆ। ਆਪ ਜੀ ਨੇ ਇਹਨਾਂ ਸਮਾਗਮਾਂ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ, ਅਤੇ ਜਿਹੜੀ ਬਾਣੀ ਹੈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ। ਇਹ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਵਿਚਾਰ ਕਰਦਿਆਂ ਤੋਂ ਏਕ ਨਹੀਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਜੀ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਰਾਮਕਲੀ ਮਹੱਲਾ